शाह मुहम्मदा एक सरकार बाजों फौजा जित के अंत नूं हारियां ने। असीं समय मौजूद हाँ फिरोजशाह शहर दे विच, जिस नूं फेरू शहर भी कहा जाता है। सन 1845 दे विच पहली सिख एंग्लो वार इस जगह ते ही हुई सी। सिखां दे राज दा सूरज भी डुबना शुरू हो गया सी फिरोजशाह शहर चों, जिस नूं फेरू शहर भी कहा जाता है। ਅੱਜ ਜਿਹੜੇ ਆਪਾਂ ਬੈਠੇ ਹੋਏ ਆ ਇਹ ਜੰਗ ਦਾ ਮੈਦਾਨ ਸੀ ਸਾਰਾ। किताबां जित गई सी, अंग्रेज भी कहते हैं जित गए ने, साढ़े आदि कहन लग पे हार गए ने। इत्थों हार दा नींह पत्थर रखा गया सी कि वाकई इत्थों सूरज अस्त हो गया सी सिख राज दा। ਇਸ ਲੜਾਈ ਤੋਂ ਬਾਅਦ ਸ਼ੇਰੇ ਪੰਜਾਬ ਦਾ ਜਿਹੜਾ ਬਹੁਤ ਵਧੀਆ ਰਾਜ ਸੀ ਨਾ, ਜਿਹੜਾ ਦੁਨੀਆ ਦੇ ਵਿੱਚ ਮੰਨਿਆ ਵਾ ਰਾਜ ਸੀ, ਜਿਸ ਰਾਜ 'ਚ ਕਿਸੇ ਨੂੰ ਕੋਈ ਫਾਂਸੀ ਨਹੀਂ ਹੋਈ ਸੀ, ਮੌਤ ਦੀ ਸਜ਼ਾ ਨਹੀਂ ਹੋਈ ਸੀ, ਉਸ ਰਾਜ ਦਾ ਜਿਹੜਾ ਸੂਰਜ ਇਸ ਲੜਾਈ ਤੋਂ ਬਾਅਦ ਡੁੱਬਣਾ ਸ਼ੁਰੂ। ਹਿੰਦੁਸਤਾਨੀਆਂ ਨਾਲ ਪੰਜਾਬੀ ਲੜਦੇ ਪਏ ਸੀ। ਸ਼ਾਹ ਮੁਹੰਮਦ ਨੇ ਕਹਿਣਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨਹੀਂ। ਠੀਕ ਹੈ ਜੀ, ਇਹ ਇੱਥੇ ਜੰਗ ਹਿੰਦ ਪੰਜਾਬ ਦਾ ਸੀ, ਇੱਕ ਪਾਸੇ ਪੰਜਾਬ ਸੀ, ਇੱਕ ਪਾਸੇ ਸਾਰਾ ਹਿੰਦੁਸਤਾਨ ਸੀ। ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਇੱਕ ਪਾਸੇ ਸੀ, ਖਾਲਸਾ ਦਰਬਾਰ ਇੱਕ ਪਾਸੇ ਸੀ, ਸਾਰਾ ਹਿੰਦੁਸਤਾਨ ਇੱਕ ਪਾਸੇ ਸੀ। ਪਰ ਜੇ ਇੱਥੋਂ ਕਿਤੇ ਹਾਰ ਜਾਂਦੇ ਅੰਗਰੇਜ਼, ਇਸ ਤੋਂ ਬਾਅਦ ਅੰਗਰੇਜ਼ ਜਿਹੜਾ ਦੇਸ਼ ਆਪਣੇ ਆਪ ਹੀ ਛੁੱਟ ਜਾਣੇ ਸੀ, ਉਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਦੇਣਾ। ਅੱਛਾ, ਜੇ ਇੱਥੋਂ ਜਿੱਤ ਜਾਂਦੇ ਸਿੱਖ, ਅੱਜ ਇਤਿਹਾਸ ਕੁਛ ਹੋਰ ਹੁੰਦਾ ਕਿ ਖਾਲਸਾ ਰਾਜ ਅਲੱਗ ਹੁੰਦਾ। ਜਿੰਨਾ ਸਿੱਖਾਂ ਦਾ ਜਜ਼ਬਾ ਸੀ ਨਾ ਲੜਨ ਵਾਸਤੇ, ਉਹ ਅੰਗਰੇਜ਼ਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਬਿਆਨ ਕੀਤਾ ਹੈ। ਵੇਖੋ, ਕਹਿੰਦੇ ਵੀ ਬਹੁਤ ਵੱਡੀ ਘਟਨਾ ਦੁਨੀਆ ਦੀ ਕਿ ਸੈਨਾਪਤੀ ਭੱਜ ਗਏ, ਉਹਨੇ ਇਕੱਲੇ ਸਿਪਾਹੀ ਲੜੀ ਜਾਣ। ਤੁਸੀਂ ਦੇਖੋ ਵੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਦਾ ਕੀ ਹਾਲ ਹੋਇਆ। ਜਿਸ ਦੇ ਰਾਜੇ ਦੇ ਰਾਜ ਦੇ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਾ ਹੋਵੇ, ਉਹਦੇ ਬੱਚਿਆਂ ਨੂੰ ਕੋਹ ਕੇ ਮਾਰਿਆ ਗਿਆ। ਪਰ ਉਸ ਤੋਂ ਬਾਅਦ ਬੇਈਮਾਨ ਹੋ ਗਏ, ਸੈਨਾਪਤੀ ਦੇ ਉਹਦੇ ਤੱਕ ਪਹੁੰਚ ਗਏ, ਪਰ ਸਾਰੇ ਰਾਜ ਨੂੰ ਲੈ ਡੁੱਬੇ। ਇਹ ਲੋਕ ਲਾਲਚੀ ਲੋਕ ਸੀ, ਜਿਹੜੇ ਜਜ਼ਬਾ ਸੀ ਉਹਨਾਂ ਦੇ ਵਿੱਚ। ਉਹ ਮਹਾਰਾਜਾ ਰਣਜੀਤ ਸਿੰਘ ਦੀ ਸਿਪਾਹੀ ਹੋਣ ਦਾ ਮਾਣ ਕਰਦੇ ਸੀ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਿਪਾਹੀ ਹਾਂ, ਅਸੀਂ ਕਿਸੇ ਤੋਂ ਡਰਦੇ ਨਹੀਂ। ਤੇ ਉਹ ਕਹਿੰਦੇ ਵੀ ਅਸੀਂ ਹੈਰਾਨ ਰਹਿ ਗਏ ਕਿ ਜੰਮ ਕੇ ਲੜੇ, ਸ਼ਹੀਦ ਹੋ ਗਏ ਉਹਨਾਂ ਫੌਜੀਆਂ ਨੇ, ਸਿੱਖ ਫੌਜੀਆਂ ਨੇ, ਜਿਹੜੇ ਪੰਜਾਬੀ ਫੌਜੀਆਂ ਨੇ, ਜਿਹਦੇ ਵਿੱਚ ਮੁਸਲਮਾਨ ਵੀ ਸੀ, ਹਿੰਦੂ ਵੀ ਸੀ। ਕਈ ਲੋਕ ਕਹਿ ਦਿੰਦੇ ਨੇ ਇਹ ਤਾਂ ਅੰਗਰੇਜ਼ਾਂ ਨੇ ਬਣਾਈ ਹੋਈ ਆ। ਗੱਲ ਅੰਗਰੇਜ਼ਾਂ ਦੀ ਨਹੀਂ ਗੀ, ਅੰਗਰੇਜ਼ਾਂ ਨੇ ਬਣਾਈ ਆ ਤੇ ਅੰਗਰੇਜ਼ਾਂ ਨੂੰ ਕੁੱਟਿਆ ਮਾਰਿਆ ਕੀ ਨੇ ਸਿੱਖਾਂ ਨੇ। ਜੇ ਅੰਗਰੇਜ਼ਾਂ ਦਾ ਨਾਂ ਆਊਗਾ ਤਾਂ ਸਿੱਖ ਫੌਜਾਂ ਦਾ ਨਾਂ ਵੀ ਆਊਗਾ। ਇਸ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੂੰ ਦੇਸ਼ ਛੱਡ ਕੇ ਜਾਣਾ ਹੀ ਪੈਣਾ ਸੀ। ਉਸ ਤੋਂ ਬਾਅਦ ਕੁਰਬਾਨੀਆਂ ਕਰਨ ਦੀ ਲੋੜ ਨਹੀਂ ਪੈਣੀ ਸੀ। ਜੇ ਕਾਸ਼ ਉਹ ਇਤਿਹਾਸ ਜੋ ਹੈ ਪਲਟਾ ਖਾ ਜਾਂਦਾ ਤਾਂ ਅੱਜ ਜਿਹੜਾ ਇਹ ਸਾਰਾ ਹੀ ਨਕਸ਼ਾ ਬਦਲਿਆ ਹੋਣਾ ਸੀ। ਜਿਸ ਇਤਿਹਾਸ ਦੀ ਗੱਲ ਹੁੰਦੀ, ਚਰਚਾ ਛਿੜਦੀ ਹੈ, ਉਹ ਕੁਝ ਹੋਰ ਹੋਣਾ ਸੀ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅਸੀਂ ਇਸ ਸਮੇਂ ਮੌਜੂਦ ਹਾਂ ਫਿਰੋਜ਼ਸ਼ਾਹ, ਜਿਸ ਨੂੰ ਫੇਰੂ ਸ਼ਹਿਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਫਿਰੋਜ਼ਪੁਰ ਤੋਂ ਕੁਛ ਵਾਟ ਪਹਿਲਾਂ ਹੀ ਹੈਗਾ ਤੇ ਇਤਿਹਾਸ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ। ਔਰ ਇਤਿਹਾਸ ਜੋ ਫਿਰੋਜ਼ਸ਼ਾਹ ਸ਼ਹਿਰ ਦਾ ਲਿਖਿਆ ਵੀ ਜਾ ਰਿਹਾ ਹੈ, ਜੋ ਤੁਸੀਂ ਇਹ ਦੇਖ ਰਹੇ ਹੋ, 1870 ਦੇ ਵਿੱਚ ਅੰਗਰੇਜ਼ਾਂ ਨੇ ਇਹ ਨਿਸ਼ਾਨੀ ਦੇ ਤੌਰ ਤੇ ਬਣਾਇਆ ਸੀ ਕਿ ਅੰਗਰੇਜ਼ ਇੱਥੋਂ ਜਿੱਤੇ ਨੇ। 1870 ਦਾ ਇਹ ਪਿੱਲਰ ਬਣਿਆ ਹੋਇਆ ਹੈ। ਇਹ ਨਿਸ਼ਾਨੀ ਅੰਗਰੇਜ਼ਾਂ ਵੱਲੋਂ ਕਿ ਉਹ ਇਸ ਸ਼ਹਿਰ ਦੇ ਵਿੱਚ ਉਹ ਜੰਗ ਜਿੱਤ ਕੇ ਗਏ ਸੀ। ਸਾਡੇ ਨਾਲ ਮੌਜੂਦ ਨੇ ਰਜਿੰਦਰ ਸਿੰਘ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਇਤਿਹਾਸ ਵੀ ਲਿਖਣ ਜਾ ਰਹੇ ਨੇ ਇਸ ਸ਼ਹਿਰ ਦੇ ਉੱਤੇ। ਸ਼ੁਰੂਆਤ ਕਰਾਂਗੇ ਕਿ ਖਾਲਸਾ ਰਾਜ ਦਾ ਪਤਨ ਹੋ ਕਿਵੇਂ ਗਿਆ ਸੀ। ਇੱਥੋਂ ਹੀ ਕਹਿੰਦੇ ਸ਼ੁਰੂਆਤ ਹੋ ਗਈ ਸੀ, ਤਾਂ ਉਸ ਤੋਂ ਬਾਅਦ 1849 ਦੇ ਵਿੱਚ ਜਾ ਕੇ ਲਾਹੌਰ ਉੱਪਰ ਵੀ ਕਬਜ਼ਾ ਕਰ ਲਿਆ ਸੀ। ਰਜਿੰਦਰ ਸਿੰਘ ਸਾਡੇ ਨਾਲ ਨੇ, ਆਪਾਂ ਇਹਨਾਂ ਕੋਲ ਜਾਣਕਾਰੀ ਲਵਾਂਗੇ। ਜਿਹਨੇ ਕਿ ਵਾਹਿ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਇਤਿਹਾਸ ਪੱਖੋਂ ਜੇ ਨਜ਼ਰ ਮਾਰੀਏ, ਕਾਫੀ ਲੰਮਾ ਇਤਿਹਾਸ ਹੈ। ਸਿੱਖਾਂ ਦੀ ਗੱਲ ਕਰੀਏ, ਅੰਗਰੇਜ਼ਾਂ ਦੀ ਵੀ ਗੱਲ ਕਰੀਏ, ਮੁਸਲਮਾਨਾਂ ਦੀ ਵੀ ਗੱਲ ਕਰੀਏ, ਚਰਚਾ ਬੜੀ ਬਣੀ ਦੀ ਸੀ ਫਿਰੋਜ਼ਸ਼ਾਹ ਸ਼ਹਿਰ ਦੇ ਵੀ ਉਸ ਵਕਤ। ਤਾਂ ਪਹਿਲਾ ਮੇਰਾ ਸਵਾਲ ਹੈ ਕਿ ਵਾਕਈ ਹੀ ਇਸ ਜਗ੍ਹਾ ਦੇ ਉੱਤੋਂ ਸਿੱਖਾਂ ਦੇ ਇਤਿਹਾਸ ਦਾ ਪਤਨ ਹੋ ਗਿਆ ਸੀ, ਜਾਂ ਕਹਿ ਦਈਏ ਕਿ ਸਿੱਖ ਰਾਜ ਦਾ ਸੂਰਜ ਜਿਹੜਾ ਡੁੱਬ ਗਿਆ ਸੀ ਇਸ ਲੜਾਈ ਤੋਂ ਬਾਅਦ? ਬਿਲਕੁਲ ਜੀ, ਬਿਲਕੁਲ। ਇਤਿਹਾਸ ਗਵਾਇਆ ਜੀ, ਇਸ ਲੜਾਈ ਤੋਂ ਬਾਅਦ ਸ਼ੇਰੇ ਪੰਜਾਬ ਦਾ ਜਿਹੜਾ ਬਹੁਤ ਵਧੀਆ ਰਾਜ ਸੀ ਨਾ, ਜਿਹੜਾ ਦੁਨੀਆ ਦੇ ਵਿੱਚ ਮੰਨਿਆ ਵਾ ਰਾਜ ਸੀ, ਜਿਸ ਰਾਜ 'ਚ ਕਿਸੇ ਨੂੰ ਕੋਈ ਫਾਂਸੀ ਨਹੀਂ ਹੋਈ ਸੀ, ਮੌਤ ਦੀ ਸਜ਼ਾ ਨਹੀਂ ਹੋਈ ਸੀ, ਉਸ ਰਾਜ ਦਾ ਜਿਹੜਾ ਸੂਰਜ ਇਸ ਲੜਾਈ ਤੋਂ ਬਾਅਦ ਡੁੱਬਣਾ ਸ਼ੁਰੂ ਹੋ ਗਿਆ ਸੀ। ਤੁਸੀਂ ਜਿਵੇਂ ਜ਼ਿਕਰ ਕਰ ਰਹੇ ਉਸ ਗੱਲਬਾਤ ਵੀ ਕਰ ਰਹੇ ਸੀ ਕਿ 1845 ਦੇ ਵਿੱਚ ਪਹਿਲੀ ਸਿੱਖ ਐਂਗਲੋ ਵਾਰ ਇੱਥੇ ਹੋਈ ਕਿਵੇਂ ਸੀ? ਕਿਉਂਕਿ ਫਰੀਦਕੋਟ ਦੇ ਰਾਜਾ ਵੀ ਹੈਗੇ ਸੀ ਪਹਾੜਾ ਸਿੰਘ, ਉਹਨਾਂ ਦਾ ਵੀ ਜ਼ਿਕਰ ਆਉਂਦਾ। ਗੁਲਾਬ ਸਿੰਘ ਜਿਹੜੇ ਹੈਗੇ ਸੀ ਉਸ ਸਮੇਂ ਦੇ, ਉਹਨਾਂ ਦਾ ਵੀ ਜ਼ਿਕਰ ਆਉਂਦਾ। ਉਹ ਸਾਰਾ ਵਾਕਿਆ ਕੀ ਸੀ? ਲੜਾਈ ਹੋਈ ਕਿਵੇਂ ਸੀ ਪਹਿਲੀ ਇੱਥੇ?
ਲੜਾਈ ਹੋਣ ਦਾ ਕਾਰਨ ਇਹ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੇ ਵਿੱਚ ਖਾਨਾ ਜੰਗੀ ਇੰਨੀ ਸ਼ੁਰੂ ਹੋ ਗਈ ਸੀ। ਜਿਹੜੇ ਚੰਗੇ ਚੰਗੇ ਜਰਨੈਲ ਸੀ ਨਾ ਜੀ, ਉਹ ਘਰਾਂ ਦੇ ਵਿੱਚ ਬੈਠ ਗਏ ਸੀ। ਡੋਗਰੇ ਸੀ, ਜਿਹੜੇ ਡੋਗਰੇ ਭਰਾ, ਤੇ ਤੇਜਾ ਸਿੰਘ ਤੇ ਲਾਲ ਸਿੰਘ ਜਿਹੜੇ ਸੈਨਾਪਤੀ ਸੀ, ਇਹਨਾਂ ਦੀ ਜ਼ਿਆਦਾ ਚੱਲਦੀ ਸੀ ਦਰਬਾਰ ਦੇ ਵਿੱਚ। ਮਹਾਰਾਣੀ ਜਿੰਦਾਂ ਦਾ ਜਿਹੜਾ ਰਾਜ ਸੀ ਉਹਨੂੰ ਨਾਮਾਤਰ ਕਰ ਦਿੱਤਾ ਗਿਆ ਸੀ। ਅਖੀਰ ਇਹ ਹੋਇਆ ਵੀ ਇੰਨੀ ਫੌਜ ਬੇਮੁਹਾਰੀ ਹੋ ਗਈ, ਜਿਹਨੂੰ ਮਰਜ਼ੀ ਫੜ ਕੇ ਵੱਢ ਦਿੰਦੇ ਸੀ। ਤੁਸੀਂ ਦੇਖੋ ਵੀ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰਾਂ ਦਾ ਕੀ ਹਾਲ ਹੋਇਆ। ਜਿਸ ਦੇ ਰਾਜੇ ਦੇ ਰਾਜ ਦੇ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਾ ਹੋਵੇ, ਉਹਦੇ ਬੱਚਿਆਂ ਨੂੰ ਕੋਹ ਕੇ ਮਾਰਿਆ ਗਿਆ, ਸਾਰੇ ਬੱਚਿਆਂ ਨੂੰ। ਮਤਲਬ ਕਿ ਉਸ ਤੋਂ ਬਾਅਦ ਇਹ ਕੀ ਹੋਇਆ ਕਿ ਫੌਜ ਇੰਨੀ ਬੇਮੁਹਾਰੀ ਹੋ ਗਈ ਸੀ ਤੇ ਉਧਰੋਂ ਹਾਲਾਤ ਵਿਗੜ ਗਏ ਸੀ। ਜਿਹੜੇ ਤੇਜਾ ਸਿੰਘ ਤੇ ਲਾਲ ਸਿੰਘ ਸੀ ਤੇ ਗੁਲਾਬ ਸਿੰਘ ਹੋਣੀ ਡੋਗਰੇ, ਇਹਨਾਂ ਦਾ ਚਿੱਠੀ ਪੱਤਰ ਅੰਗਰੇਜ਼ਾਂ ਨਾਲ ਚੱਲਦਾ ਸੀ। ਇਹ ਸਾਡੇ ਕੋਲ ਮਨੋ ਘੜਤ ਗੱਲ ਕੋਈ ਨਹੀਂ, ਜੋ ਇਤਿਹਾਸਕ ਤੱਥ ਨੇ ਉਹੀ ਗੱਲ ਕਰਾਂਗੇ। ਉਹਨਾਂ ਨਾਲ ਚਿੱਠੀ ਪੱਤਰ ਚੱਲਦਾ ਸੀ। ਉਹ ਚਾਹੁੰਦੇ ਸੀ ਕਿ ਕੇਰਾਂ ਸਿੱਖ ਫੌਜ ਨੂੰ ਜਿਹੜਾ ਟਕਰਾ ਕੇ ਸਿੱਖ ਰਾਜ ਨੂੰ ਖਤਮ ਕੀਤਾ ਜਾਵੇ, ਤੇ ਅਸੀਂ ਜਿਹੜਾ ਉਹ ਡੋਗਰੇ ਚਾਹੁੰਦੇ ਸੀ ਵੀ ਸਾਡਾ ਕਸ਼ਮੀਰ ਦਾ ਰਾਜ ਸਾਡੇ ਕੋਲ ਵਾਪਸ ਆ ਜਾਏਗਾ। ਤੇ ਇੱਧਰ ਤੇਜਾ ਸਿੰਘ ਤੇ ਲਾਲ ਸਿੰਘ ਦੀਆਂ ਵੀ ਸੰਧੀਆਂ ਸੀਗੀਆਂ ਕਿ ਅਸੀਂ ਜਿਹੜਾ ਕੋਈ ਪ੍ਰਧਾਨ ਮੰਤਰੀ ਬਣੂਗਾ, ਕੋਈ ਸੈਨਾਪਤੀ ਬਣੂਗਾ, ਇੰਨਾ ਰਾਜ ਮਿਲੂਗਾ। ਉਹਨਾਂ ਨਾਲ ਵੀ ਸੰਧੀਆਂ ਹੋਈਆਂ ਸੀ। ਭਾਰਾ ਸਿੰਘ ਦਾ ਜਿਹੜਾ ਸੀਗੀ ਰਾਜ ਫਰੀਦਕੋਟ ਸੀਗਾ ਰਿਆਸਤ, ਇਹਨਾਂ ਦੇ ਕੋਲੇ ਨਾਲ ਹੀ ਕੋਟਕਪੂਰੇ ਦਾ ਇਲਾਕਾ ਸੀ, ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਜੀ। ਉਹਨਾਂ ਨੇ ਸੰਧੀ ਕਰ ਲਈ ਅੰਗਰੇਜ਼ਾਂ ਨੇ ਵੀ ਜੇ ਤੂੰ ਸਾਡੀ ਮਦਦ ਕਰੇਗਾ ਤੇ ਕੋਟਕਪੂਰੇ ਦਾ ਇਲਾਕਾ ਜਿਹੜਾ ਉਹ ਅਸੀਂ ਤੈਨੂੰ ਦੇਵਾਂਗੇ। ਇਸ ਕਰਕੇ ਸੰਧੀ ਕਰਕੇ ਉਹਨਾਂ ਨੇ ਸਾਰਿਆਂ ਨੇ ਮਦਦ ਕੀਤੀ। ਇੱਥੋਂ ਜਿਹੜੇ ਫੌਜਾਂ ਜਦੋਂ ਅਸਲੋਂ ਜੰਗ ਨਾ ਟਲਦੀ ਵੇਖ ਕੇ, ਅੱਜ ਭਾਵੇਂ ਕੋਈ ਇਤਿਹਾਸਕਾਰ ਕੁਛ ਕਹੀ ਜਾਂਦੇ ਨੇ, ਕੁਛ ਮਹਾਰਾਣੀ ਰਾਣੀ ਜਿੰਦਾਂ 'ਤੇ ਬਲੇਮ ਲਾਉਂਦੇ ਨੇ, ਕੁਛ ਦੂਜਿਆਂ 'ਤੇ ਲਾਉਂਦੇ ਨੇ, ਪਰ ਨਾ ਟਲਦੀ ਵੇਖ ਕੇ ਸਿੱਖ ਸਰਦਾਰਾਂ ਨੇ ਸੋਚਿਆ ਕਿ ਕਿਉਂ ਨਾ ਜੰਗ ਦਰਿਆਓਂ ਪਾਰ ਜਾ ਕੇ ਲੜੀ ਜਾਵੇ। ਜੇ ਜੰਗ ਇੱਧਰ ਦਰਿਆ ਦੇ ਉਰਲੇ ਪਾਸੇ ਲੜੀ ਗਈ ਤੇ ਸਾਡਾ ਜਿਹੜਾ ਲਾਹੌਰ ਹੈ ਉਹਨਾਂ ਨੂੰ ਥਾਲੀ 'ਚ ਪਰੋਸ ਕੇ ਦੇ ਦਿੱਤਾ ਜਾਵੇਗਾ। ਇਸ ਕਰਕੇ ਹਰੀਕੇ ਪੱਤਨੋਂ ਤੇ ਇੱਧਰੋਂ ਫਿਰੋਜ਼ਪੁਰ ਦੇ ਕੋਲੋਂ ਦੋ ਪਾਸਿਓਂ ਫੌਜ ਜਿਹੜੀ ਲਾਹੌਰ ਤੋਂ ਕ੍ਰਾਸ ਹੋਈ ਹੈ। ਤੇਜਾ ਸਿੰਘ ਤੇ ਲਾਲ ਸਿੰਘ ਸੈਨਾਪਤੀ ਸੀਗੇ, ਦੋਵੇਂ ਯੂਪੀ ਦੇ ਸੀਗੇ। ਇਹਨਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹਨਾਂ ਨੇ ਚੰਗੀ ਕਾਰਗੁਜ਼ਾਰੀ ਵਿਖਾਈ, ਪਰ ਉਸ ਤੋਂ ਬਾਅਦ ਬੇਈਮਾਨ ਹੋ ਗਏ। ਸੈਨਾਪਤੀ ਦੇ ਅਹੁਦੇ ਤੱਕ ਪਹੁੰਚ ਗਏ, ਪਰ ਸਾਰੇ ਰਾਜ ਨੂੰ ਲੈ ਡੁੱਬੇ। ਇਹ ਲੋਕ ਲਾਲਚੀ ਲੋਕ ਸੀ, ਜਿਹੜੇ ਦੇਸ਼ ਭਗਤ ਸੀਗੇ, ਜਿਹੜੇ ਅਸਲੀ ਜਜ਼ਬਾ ਰੱਖਣ ਵਾਲੇ, ਜਿਹੜੇ ਸਿੱਖੀ ਦਾ ਜਜ਼ਬਾ ਰੱਖਣ ਵਾਲੇ, ਪੰਜਾਬੀਅਤ ਦਾ ਜਜ਼ਬਾ ਰੱਖਣ ਵਾਲੇ, ਸ਼ਾਮ ਸਿੰਘ ਅਟਾਰੀ ਵਰਗੇ ਉਹ ਜਿਹੜੇ ਜਰਨੈਲ ਸੀ, ਉਹ ਇਸ ਦੁੱਖ ਦੇ ਮਾਰੇ ਘਰਾਂ ਦੇ ਵਿੱਚ ਬੈਠ ਗਏ। ਇਹਨਾਂ ਨੇ ਫੌਜ ਕ੍ਰਾਸ ਕੀਤੀ। ਇੱਥੇ ਫਿਰੋਜ਼ ਸ਼ਾਹ ਆ ਕੇ ਡੇਰਾ ਲੱਗ ਗਿਆ ਜੀ। ਇਹ ਬਹੁਤ ਵੱਡਾ ਕੈਂਪ ਸੀ। ਇੱਥੇ 20,000 ਫੌਜ ਪਹਿਲਾਂ ਆ ਚੁੱਕੀ ਸੀ। ਇੱਥੇ 10,000 ਫੌਜ ਜਿਹੜੀ ਤੇਜਾ ਸਿੰਘ ਲੈ ਕੇ ਬੈਠਾ ਹੋਇਆ ਸੀ, ਮਗਰ ਤਾਜ਼ਾਦਮ ਫੌਜ ਹੋਰ ਸੀ। ਉੱਧਰੋਂ ਅੰਗਰੇਜ਼ਾਂ ਦੀ ਜਿਹੜੀ ਫੌਜ ਆ ਰਹੀ ਸੀ ਉਹ ਅੰਬਾਲੇ ਤੋਂ ਆ ਰਹੀ ਸੀ, ਵਾਇਆ ਮੁੱਦਕੀ ਬਾਘਾ ਪੁਰਾਣਾ ਜਿਹੜਾ ਇਸ ਰੋਡ ਦੇ ਉੱਤੇ। ਜਿਹੜੀ ਮੁੱਦਕੀ ਦੀ ਲੜਾਈ ਹੋਈ ਉਹ 18 ਦਸੰਬਰ 1845 ਨੂੰ ਹੋਈ ਹੈ। ਇੱਥੇ ਹੀ ਇੱਥੋਂ ਕੁਛ ਮਨ ਚਲੇ ਗੱਭਰੂ, ਜਿਹੜੇ ਕੁਛ ਨੌਜਵਾਨ ਜਿਹੜੇ ਭਰਤੀ ਹੋਏ ਨਵੀਂ ਰੈਜੀਮੈਂਟ ਦੇ, ਉਹ ਕਹਿੰਦੇ ਵੀ ਆਪਾਂ ਅੰਗਰੇਜ਼ ਵੇਖ ਕੇ ਆਉਣੇ। ਇਹ ਇਤਿਹਾਸਕਾਰਾਂ ਨੇ ਲਿਖਿਆ ਹੋਇਆ, ਵੱਖ-ਵੱਖ ਇਤਿਹਾਸਕਾਰਾਂ ਦੇ ਵਿਚਾਰ ਨੇ, ਪਰ ਅਸਲ ਜਿਹੜੀ ਗੱਲ ਹੈ ਵੀ ਉਹ ਜਜ਼ਬਾ ਸੀ ਉਹਨਾਂ ਦੇ ਵਿੱਚ। ਉਹ ਮਹਾਰਾਜਾ ਰਣਜੀਤ ਸਿੰਘ ਦੀ ਸਿਪਾਹੀ ਹੋਣ ਦਾ ਮਾਣ ਕਰਦੇ ਸੀ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਿਪਾਹੀ ਹਾਂ, ਅਸੀਂ ਕਿਸੇ ਤੋਂ ਡਰਦੇ ਨਹੀਂ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਲੇਹ ਲਦਾਖ ਤੋਂ ਲੈ ਕੇ ਤੇ ਅਫਗਾਨਿਸਤਾਨ ਤੱਕ ਕੋਈ ਇਹੋ ਜਿਹਾ ਕਿਲ੍ਹਾ ਨਹੀਂ ਸੀ ਜਿਹੜਾ ਜਿੱਤਿਆ ਨਾ ਹੋਵੇ, ਜਾਂ ਕੋਈ ਇਹੋ ਜਿਹਾ ਰਾਜਾ ਨਹੀਂ ਸੀ ਜਿਹੜਾ ਆਕੜਿਆ ਹੋਵੇ ਤੇ ਉਹਨੂੰ ਜਾਂ ਤੰਗ ਕਰਦਾ ਹੋਵੇ ਜਨਤਾ ਨੂੰ, ਉਹਨੂੰ ਸੋਧਿਆ ਨਾ ਹੋਵੇ। ਉਹਨਾਂ ਨੂੰ ਮਾਣ ਸੀ। ਉਹ ਅੱਗੋਂ ਚਲੇ ਗਏ ਮੁੱਦਕੀ ਜਾ ਕੇ ਅੱਗੋਂ ਫੌਜ ਅੰਗਰੇਜ਼ ਆ ਗਈ। ਉਹ ਫੌਜ ਜ਼ਿਆਦਾ ਸੀਗੀ, ਉੱਥੇ ਝੜਪ ਹੋ ਗਈ, ਉੱਥੇ ਕਾਫੀ ਨੁਕਸਾਨ ਹੋ ਗਿਆ, ਤੋਪਾਂ ਵੀ ਕੁਝ ਖੋਹੀਆਂ ਗਈਆਂ, ਕਾਫੀ ਜਿਹੜੇ ਸਿੱਖ ਸੈਨਿਕ ਸੀ ਉਹ ਸ਼ਹੀਦ ਵੀ ਹੋ ਗਏ, ਫੱਟੜ ਵੀ ਹੋ ਗਏ। ਵਾਪਸ ਫਿਰ ਕੈਂਪ ਦੇ ਵਿੱਚ ਆ ਗਏ। 19 ਤਰੀਕ ਨੂੰ 20 ਨੂੰ ਆ ਗਏ, ਕੁਛ 19 ਨੂੰ ਆ ਗਏ। ਅੰਗਰੇਜ਼ ਫੌਜ ਵੀ ਜਿਹੜੀ ਉਹ ਵਾਪਸ 21 ਨੂੰ ਇੱਥੇ ਵਾਇਆ। ਇਸੇ ਸਜਾਦੀ ਹੁੰਦਿਆਂ ਇੱਥੇ ਨਾਲ ਮਿਸ਼ਰੀ ਵਾਲਾ ਪਿੰਡ ਹੈ, ਮਿਸ਼ਰੀ ਵਾਲੇ ਪਿੰਡ ਉਹਨਾਂ ਨੇ ਆਪਦਾ ਕੈਂਪ ਲਾ ਲਿਆ। ਸਿੱਖ ਫੌਜਾਂ ਦਾ ਕੈਂਪ ਜਿਹੜਾ ਇਸ ਪਿੰਡ ਦੇ ਵਿੱਚ ਹੀ ਸੀ। ਅੱਜ ਜਿਹੜੇ ਆਪਾਂ ਬੈਠੇ ਹੋਏ ਹਾਂ, ਇਹ ਜੰਗ ਦਾ ਮੈਦਾਨ ਸੀ ਸਾਰਾ ਜੀ। ਇੱਥੇ ਆ ਕੇ ਜਦੋਂ ਅੰਗਰੇਜ਼ ਫੌਜਾਂ ਨੇ ਆ ਕੇ ਆਪਣਾ ਕੈਂਪ ਲਾ ਲਿਆ, ਇੱਧਰੋਂ ਬੈਠੇ ਹੋਏ ਸੀ। ਪਾਣੀ ਦੀ ਢਾਬ 'ਤੇ ਕਬਜ਼ਾ ਸਿੱਖਾਂ ਦਾ ਸੀ। ਅਗਲੇ ਦਿਨ ਜਦੋਂ ਜੰਗੀ ਤਰਾਨਾ ਵੱਜਿਆ, ਜੰਗ ਸ਼ੁਰੂ ਹੋਇਆ, ਤੇ ਲਾਰਡ ਹੋਗਪ, ਲਾਰਡ ਹਾਰਡਿੰਗ ਤੇ ਹੋਰ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਅਫਸਰ ਲਿਖੇ। ਜਿਹੜੀ ਕੋਈ ਆਪਾਂ ਗੱਲ ਕਰਾਂਗੇ ਨਾ ਤੱਥਾਂ ਦੇ ਆਧਾਰ 'ਤੇ, ਉਹ ਉਹਨਾਂ ਅੰਗਰੇਜ਼ਾਂ ਦੀ ਲਿਖੀ ਹੋਈ ਹੈ, ਆਪਣੇ ਨਹੀਂ, ਉਹਨਾਂ ਦੀ ਲਿਖੀ ਹੋਈ ਹੈ। ਅੰਗਰੇਜ਼ਾਂ ਨੇ ਗਲਤ ਨਹੀਂ ਲਿਖਿਆ ਗਾ, ਠੀਕ ਆ। ਉਹਨਾਂ ਨੇ ਰਾਜ ਕਰਨ ਦੇ ਮਾਰਿਆਂ ਸਾਡਾ ਨੁਕਸਾਨ ਤਾਂ ਕੀਤਾ ਹੈ, ਪਰ ਉਹਨਾਂ ਨੇ ਜਿੱਥੇ ਸਿੱਖ ਬਹਾਦਰ ਸੀ ਨਾ, ਜਿੱਥੇ ਸਿੱਖਾਂ ਨੇ ਜੰਮ ਕੇ ਲੜੇ ਸੀ, ਜਿੱਥੇ ਸਿੱਖਾਂ ਨੇ ਉਹਨਾਂ ਨੂੰ ਵੱਢਿਆ ਟੁੱਕਿਆ, ਸਿੱਖਾਂ ਦਾ ਤੋਪਖਾਨਾ ਕਿਹੋ ਜਿਹਾ, ਉਹਨਾਂ ਨੇ ਸਹੀ ਲਿਖਿਆ ਬਿਲਕੁਲ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਲਿਖਿਆ ਕਿ ਸਾਨੂੰ ਦਿਸਣਾ ਹੀ ਬੰਦ ਹੋ ਗਿਆ ਸੀਗਾ, ਸਾਨੂੰ ਭੱਜਣਾ ਮੁਸ਼ਕਲ ਹੋ ਗਿਆ ਸੀ ਜਦੋਂ ਤਰਕਾਲਾਂ ਪਈਆਂ, ਕਿ ਅਸੀਂ ਇੱਕ ਟਾਈਮ ਇਹੋ ਜਿਹਾ ਆ ਗਿਆ ਸੀ 23 ਤਰੀਕ ਨੂੰ ਕਿ ਜਦੋਂ ਅਸਲਾ ਬਰੂਦ ਮੁੱਕ ਗਿਆ ਸਾਡੇ ਕੋਲੋਂ ਵੀ,
ਥੋੜ੍ਹਾ ਸੀ ਸਾਡੇ ਕੋਲੇ ਵੀ, ਤੇ ਅਸੀਂ ਉਹਨਾਂ ਦੇ ਮੋਰਚਿਆਂ ਤੱਕ ਜਾ ਵਜੇ। ਉੱਥੇ ਜਾ ਕੇ ਬਿੰਟ ਫਾਈਟਿੰਗ ਹੋਈ, ਜਿਹੜੀ ਬੰਦੂਕ ਦੇ ਅੱਗੇ ਵੱਡੀ ਸਾਰੀ ਸੰਗੀਨ ਲੱਗੀ ਹੁੰਦੀ ਹੈ। ਬਿੰਟ ਫਾਈਟਿੰਗ ਦੇ ਵਿੱਚ ਚੱਲਦਿਆਂ ਉਹ ਕਹਿੰਦੇ ਵੀ ਅਸੀਂ ਹੈਰਾਨ ਰਹਿ ਗਏ ਕਿ ਜੰਮ ਕੇ ਲੜੇ, ਸ਼ਹੀਦ ਹੋ ਗਏ ਉਹਨਾਂ ਫੌਜੀਆਂ ਨੇ, ਸਿੱਖ ਫੌਜੀਆਂ ਨੇ, ਜਿਹੜੇ ਪੰਜਾਬੀ ਫੌਜੀਆਂ ਨੇ, ਜਿਹਦੇ ਵਿੱਚ ਮੁਸਲਮਾਨ ਵੀ ਸੀ, ਹਿੰਦੂ ਵੀ ਸੀ, ਡੋਗਰੇ ਵੀ ਸੀ, ਸਿੱਖ ਵੀ ਸੀ, ਸਾਰੀਆਂ ਕੌਮਾਂ ਦੇ ਸੀਗੇ। ਉਹਨਾਂ ਨੇ 1 ਇੰਚ ਵੀ ਪਿਛਾਂਹ ਪੈਰ ਨਹੀਂ ਪੱਟਿਆ, ਲੜ ਕੇ ਸ਼ਹੀਦ ਹੋ ਗਏ, ਮੋਰਚੇ ਨਹੀਂ ਛੱਡੇ। ਅਖੀਰ ਸਾਨੂੰ ਕਹਿੰਦੇ ਛੱਡ ਕੇ ਪਿਛਾਂਹ ਭੱਜਣਾ ਪਿਆ। ਉਹਦੇ ਸਾਨੂੰ ਇਹ ਨਹੀਂ ਪਤਾ ਸੀ ਅਸੀਂ ਜਿੱਤੇ ਆ ਕਿ ਹਾਰੇ ਆ। ਇਹ ਤਾਂ ਉਹਨਾਂ ਨੇ ਦੱਸਿਆ, ਜਿਹੜੇ ਗਦਾਰ ਸੀ ਤੇਜਾ ਸਿੰਘ ਹੋਣੀ, ਕਿਉਂਕਿ ਉਸ ਟਾਈਮ ਅੱਜ ਜੰਗ ਦਾ ਹਾਲਾਤ ਹੋ ਰਿਹਾ, ਉਸ ਟਾਈਮ ਹੋਰ ਹੁੰਦੇ ਸੀ। ਉਸ ਟਾਈਮ ਹੁੰਦਾ ਸੀ ਜਿਹੜੀ ਫੌਜ ਜਿੱਤਦੀ ਆ, ਜਾਂ ਸ਼ਾਮ ਨੂੰ ਜਦੋਂ ਜੰਗ ਬੰਦ ਹੁੰਦਾ ਤਾਂ ਬਿਗਲ ਵੱਜਦੇ ਸੀਗੇ ਤੇ ਫੌਜ ਜੰਗ ਲੜਨੋਂ ਹਟ ਜਾਂਦੀ ਸੀ। ਸੁਬਾਹ ਜੇ ਜੋ ਫੌਜ ਜਿੱਤਦੀ ਹੈ, ਉਹਨਾਂ ਜੇਤੂ ਬਿਗਲ ਵੱਜਦਾ ਸੀਗਾ, ਜੰਗੀ ਤਰਾਨੇ ਜਿਹੜੇ ਵੱਜਦੇ ਸੀ, ਜੇਤੂ ਬਿਗਲ ਵੱਜਦਾ ਸੀ ਤੇ ਪਤਾ ਲੱਗ ਜਾਂਦਾ ਸਿਪਾਹੀਆਂ ਨੂੰ ਵੀ ਅਸੀਂ ਜਿੱਤ ਗਏ ਹਾਂ। ਉਹਨਾਂ ਨੇ ਕੋਈ ਬਿਗਲ ਨਹੀਂ ਵਜਾਇਆ, ਪਰ ਤੇਜਾ ਸਿੰਘ ਉਹਨਾਂ ਨੇ ਸੁਨੇਹਾ ਭੇਜਿਆ, ਲਾਲ ਸਿੰਘ ਉਹਨਾਂ ਨੇ, ਕਿ ਤੁਸੀਂ ਬਿਗਲ ਜੇਤੂ ਬਿਗਲ ਵਜਾਓ। ਸਿੱਖ ਫੌਜਾਂ ਖਿੰਡੀਆਂ ਪਈਆਂ ਨੇ, ਸਿੱਖ ਫੌਜਾਂ ਥਾਂ ਖਿੰਡੀਆਂ ਪਈਆਂ ਨੇ, ਇਹਨਾਂ ਕੋਲ ਅਸਲਾ ਬਰੂਦ ਹੈ ਨਹੀਂ। ਇੱਥੇ ਲਾਲ ਸਿੰਘ ਦੇ ਅੰਡਰ ਜਿਹੜੀ ਫੌਜ ਸੀ, ਤੁਸੀਂ ਦੇਖੋ ਵੀ ਆਪ ਭੱਜ ਗਏ, ਆਪ ਪਿਛਾਂਹ ਨੂੰ ਭੱਜ ਗਏ। ਖਾਸ ਜਿਹੜੇ ਉਹਨਾਂ ਦੇ 1000 ਕੁ ਬੰਦਾ ਜਿਹੜਾ ਖਾਸ ਸੀ ਉਹਨਾਂ ਦਾ ਨੇੜ ਦਾ, ਉਹਨਾਂ ਨੂੰ ਲੈ ਕੇ ਤੇਜਾ ਸਿੰਘ ਨਾਲ ਦੇ ਪਿੰਡ ਇੱਥੇ ਨੇੜੇ ਹੀ ਵਾਇਆ, ਉੱਥੋਂ ਅੱਕੂ ਮਸਤਕੇ ਹੋ ਕੇ, ਬੱਗੇ ਕੇ ਪਿੱਪਲ ਹੋ ਕੇ, ਬਲੂਰ ਹੋ ਕੇ, ਤੇ ਇੱਥੇ ਸੋਢੀ ਨਗਰ ਦੇ ਨੇੜੇ ਆ ਕੇ ਬੈਠ ਗਿਆ 10,000 ਫੌਜ ਲੈ ਕੇ। ਇੱਧਰ ਜੰਗ ਚੱਲੀ ਜਾਂਦੀ, ਉਹ ਪਿੱਛੇ ਬੈਠਾ ਹੋਇਆ। ਉੱਥੋਂ ਸਿੱਖ ਫੌਜੀਆਂ ਨੇ ਕਿਹਾ ਵੀ ਅਸੀਂ, ਸਾਡੇ ਭਰਾ ਜਿਹੜੇ ਸ਼ਹੀਦ ਹੋ ਰਹੇ ਨੇ, ਪਰ ਅਸੀਂ ਹੁਣ ਜੰਗ ਹੀ ਜਾਵਾਂਗੇ। ਬੇਮੁਹਾਰੇ ਹੋ ਕੇ ਇੱਥੇ ਆਏ, ਉਹਨਾਂ ਨੇ ਆ ਕੇ ਇੱਥੇ ਲੜੇ। ਪਰ ਅੰਗਰੇਜ਼ਾਂ ਨੂੰ ਇਹ ਨਹੀਂ ਪਤਾ ਸੀ, ਅੰਗਰੇਜ਼ਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਹਾਰ ਕਬੂਲੀ ਹੋਈ ਹੈ। ਉਹ ਭਾਵੇਂ ਕੁਛ ਲਿਖੀ ਜਾਣ, ਪਰ ਕਿਤੇ ਨਾ ਕਿਤੇ ਉਹ ਜ਼ਰੂਰ ਲਿਖ ਜਾਂਦੇ ਨੇ ਕਿ ਜਿਹੜਾ ਸਾਨੂੰ ਇਹ ਨਹੀਂ ਪਤਾ ਲੱਗਦਾ ਸੀ ਕਿ ਅਸੀਂ ਜਿੱਤੇ ਆ ਕੇ ਹਾਰੇ। ਇਹਦਾ ਮਤਲਬ ਉਹ ਹਾਰੇ ਸੀ, ਇਹ ਜੰਗ ਅੰਗਰੇਜ਼ ਹਾਰੇ ਸੀ। ਇਹ ਸੈਨਾਪਤੀਆਂ ਦੇ ਕਰਕੇ ਜੇਤੂ ਬਿਗਲ ਵਜਾ ਕੇ, ਪਰ ਸਿੱਖ ਫੌਜਾਂ ਮੋਰਚਿਆਂ ਤੋਂ ਨਹੀਂ ਹਟੀਆਂ ਸੀ, ਸਿੱਖ ਫੌਜਾਂ ਪਿਛਾਂਹ ਹੀ ਨਹੀਂ ਹਟੀਆਂ ਸੀਗੀਆਂ, ਬਿਲਕੁਲ ਹੀ ਨਹੀਂ, ਮੋਰਚਿਆਂ ਤੋਂ ਨਹੀਂ। ਤੇ ਹਾਲਾਂਕਿ ਅੰਗਰੇਜ਼ ਭੱਜ ਕੇ ਮਿਸ਼ਰੀ ਵਾਲੇ ਤੱਕ ਚਲੇ ਗਏ ਸੀ, ਆਪਣੇ ਜਿਹੜਾ ਮਿਰੀਜਨ ਪਿਆ ਜਿੱਥੇ ਉਹਨਾਂ ਦਾ ਬੇਸ ਕੈਂਪ ਸੀਗਾ, ਉੱਥੋਂ ਤੱਕ ਚਲੇ ਗਏ ਸੀ। ਬਾਅਦ ਦੇ ਵਿੱਚ ਬਿਗਲ ਵਜਾਏ। ਜਦੋਂ ਤੇਜਾ ਲਾਲ ਸਿੰਘ ਹੋਣੀ ਪਿਛਾਂਹ ਨੂੰ ਭੱਜ ਤੁਰੇ, ਤੇ ਸਿੱਖ ਫੌਜੀਆਂ ਨੇ ਪੁੱਛਿਆ ਕਿ ਤੁਸੀਂ ਭੱਜੇ ਕਿਉਂ ਜਾਂਦੇ ਹੋ, ਅਸੀਂ ਤਾਂ ਜੰਗ ਲੜੀ ਜਾ ਰਹੇ ਹਾਂ। ਕਹਿੰਦਾ ਨਹੀਂ ਨਹੀਂ, ਪਿੱਛੇ ਹਟੋ, ਪਿੱਛੇ ਹਟੋ। ਪਿੱਛੇ ਹਟਣ ਦਾ ਮਤਲਬ ਹੁੰਦਾ ਕਿ ਦੁਸ਼ਮਣ ਨੂੰ ਵਰਤ ਦੇਣੀ। ਉਹਨਾਂ ਨੂੰ ਪਿਛਾਂਹ ਹਟਾ ਲਿਆ, ਪਰ ਬਹੁਤ ਸਾਰੇ ਸਿੱਖ ਫੌਜੀ ਸੀ ਜਿਹੜੇ ਉਹ ਵੀਰ ਗਏ, ਉਹਦੇ ਅਸੀਂ ਨਹੀਂ ਪਿਛਾਂਹ ਹਟਾਂਗੇ। ਨਿਹੰਗ ਸਿੰਘਾਂ ਦੀ ਜਿਹੜੀ ਰੈਜੀਮੈਂਟ ਸੀ, ਬਾਬਾ ਹਨੂੰਮਾਨ ਸਿੰਘ ਵੀ ਇੱਥੇ ਲੜੇ ਨੇ, ਜਿਨ੍ਹਾਂ ਦਾ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਆ ਜੀ, ਨਿਹੰਗ ਸਿੰਘਾਂ ਦੇ ਜਥੇਦਾਰ ਸੀ। ਨਹੀਂ ਹਟਦੇ ਸੀ ਨਿਹੰਗ ਸਿੰਘ ਤਾਂ ਕਿਤੇ ਵੀ ਨਹੀਂ ਹਟੇ, ਅਕਾਲੀ ਫੂਲਾ ਸਿੰਘ ਕਿਤੇ ਵੀ ਨਹੀਂ ਹਟੇ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਚੈਲੰਜ ਕਰ ਦਿੰਦੇ ਸੀਗੇ ਕਿ ਜੇ ਜੰਗ ਦੇ ਵਿੱਚ ਜਾਣਾ ਹੈ ਤੇ ਅਸੀਂ ਪਿਛਾਂਹ ਨਹੀਂ ਹਟਣਾ, ਮੁੜ ਕੇ ਨਾ ਕਹਿ ਦੀ ਕਿ ਅਸੀਂ ਪਿਛਾਂਹ ਹਟਣਾ। ਮਹਾਰਾਜਾ ਰਣਜੀਤ ਸਿੰਘ ਮੰਨਦੇ ਸੀ, ਇੱਥੇ ਵੀ ਨਹੀਂ ਹਟੇ ਸੀ, ਨਹੀਂ ਹਟੇ। ਉਹ ਕਹਿੰਦੇ ਲੜ ਕੇ ਮਰ ਜਾਵਾਂਗੇ। ਪਰ ਗੱਲ ਇਹ ਸੀ ਕਿ ਜਦੋਂ ਸੈਨਾਪਤੀ ਗਦਾਰ ਹੋ ਗਏ ਤੇ ਲੜਨ ਵਾਲੇ ਕਿੰਨਾ ਕੁ ਲੜ ਸਕਦੇ ਸੀ। ਉਹ ਲੜਦਿਆਂ ਬਹੁਤ ਬੁਰੀ ਹਾਲਤ ਹੋ ਗਈ, ਪਿਛਾਂਹ ਹਟਣਾ ਪਿਆ। ਅੰਗਰੇਜ਼ਾਂ ਨੇ ਜਿਹੜਾ ਉਹ ਜੇਤੂ ਬਿਗਲ ਵਜਾ ਦਿੱਤੇ। ਜੰਗ ਦਾ ਇਹ ਹਾਲ ਹੋਇਆ, ਉਹ ਫੌਜਾਂ ਸ਼ਾਹ ਮੁਹੰਮਦ ਨੇ ਰਿਹਾ, ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਈਆਂ। ਇੱਕ ਸਰਕਾਰ ਕੀ, ਉਹ ਮਹਾਰਾਜਾ ਰਣਜੀਤ ਸਿੰਘ ਨੂੰ ਸਤਿਕਾਰ ਨਾਲ ਸਰਕਾਰ ਕਹਿੰਦੇ ਸੀ, ਸਰਕਾਰ ਸ਼ਬਦ ਵਰਤਿਆ ਜਾਂਦਾ ਸੀ। ਅੱਜ ਸਰਕਾਰ ਇੱਥੇ ਗਈ, ਅੱਜ ਸਰਕਾਰ ਹਮਲੇ ਤੇ ਗਈ, ਅੱਜ ਸਰਕਾਰ ਇਲਾਕੇ ਦੇ ਵਿੱਚ ਹੈ। ਉਹਨਾਂ ਨੇ ਕਿਹਾ ਵੀ ਇੱਕ ਸਰਕਾਰ ਬਾਜੋਂ, ਕਹਿੰਦੇ ਵੀ ਇੱਕ ਮਹਾਰਾਜਾ ਰਣਜੀਤ ਸਿੰਘ ਬਾਜੋਂ ਜਿਹੜਾ ਇਹ ਜੰਗ ਆ ਜਿਹੜਾ ਉਹ ਹਾਰ ਗਏ ਆ। ਇਹ ਅੱਜ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਹੁੰਦੇ ਤੇ ਉਹ ਜੰਗ ਨਹੀਂ ਹਾਰਦੇ। ਅੱਛਾ, ਪਹਿਲਾਂ ਜਿਸ ਤੱਕ ਤੁਸੀਂ ਸਾਰਾ ਹੁਣ ਇਤਿਹਾਸ ਦੀ ਗੱਲ ਦੱਸੀ ਹੈ ਕਿ ਵਾਕਈ ਹੀ ਨੀਂਹ ਪੱਥਰ ਰੱਖਿਆ ਗਿਆ ਸੀ ਜਦੋਂ ਸਿੱਖ, ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਕਿ ਅੰਗਰੇਜ਼ ਹਾਰ ਗਏ ਸੀ, ਪਰ ਆਪਣੀ ਹੀ ਗਦਾਰਾਂ ਨੇ, ਆਪਣੇ ਪਾਸੇ ਜਿਹੜੇ ਗਦਾਰ ਹੈਗੇ ਸੀ, ਉਹਨਾਂ ਨੇ ਕਹਿਤਾ ਸੀ ਅੰਗਰੇਜ਼ਾਂ ਨੂੰ ਵੀ ਤੁਸੀਂ ਅਨਾਉਂਸਮੈਂਟ ਕਰ ਦਿਓ, ਨਗਾਰੇ ਵਜਾ ਦਿਓ ਕਿ ਤੁਸੀਂ ਜਿੱਤ ਗਏ ਹੋ। ਕਿ ਵਾਕਈ ਇੱਥੋਂ ਨੀਂਹ ਰੱਖੀ ਗਈ ਸੀ ਸਿੱਖ ਇਤਿਹਾਸ ਦੀ ਵੀ ਇੱਥੋਂ ਹਾਰ ਗਏ ਹੋ। ਕਿਤਾਬਾਂ ਵਿੱਚ ਜਿੱਤੇ ਹੋਏ ਨੇ, ਕਿਤਾਬਾਂ ਜਿੱਤ ਗਈ ਸੀ, ਅੰਗਰੇਜ਼ ਵੀ ਕਹਿੰਦੇ ਨੇ ਜਿੱਤ ਗਏ ਨੇ, ਸਾਡੇ ਆਪ ਹੀ ਕਹਿਣ ਲੱਗ ਪਏ ਹਾਰ ਗਏ ਨੇ। ਇੱਥੋਂ ਹਾਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਕਿ ਵਾਕਈ ਇੱਥੋਂ ਸੂਰਜ ਅਸਤ ਹੋ ਗਿਆ ਸੀ ਸਿੱਖ ਰਾਜ ਦਾ। ਬਿਲਕੁਲ ਜੀ, ਇਹ ਜੰਗ ਬੜੀ ਫੈਸਲਾਕੁੰਨ ਸੀਗੀ। ਜਿਹੜੀ ਫਰਾਂਸ ਨੇ ਜੰਗ ਲੜੀ ਸੀਗੀ ਵਾਟਰਲੂ ਦੇ ਸਥਾਨ 'ਤੇ ਅੰਗਰੇਜ਼ਾਂ ਦੇ ਨਾਲ, ਇਹ ਉਸ ਤੋਂ ਵੀ ਭਿਆਨਕ ਜੰਗ ਸੀ। ਇੱਥੇ ਮੈਮੋਰੀਅਲ ਬਣਿਆ ਹੋਇਆ 3 ਕਿਲੋਮੀਟਰ ਅੱਗੇ ਕੱਲ ਖੁਰਦ ਦੇ ਸਥਾਨ ਦੇ ਉੱਤੇ। ਇਹ ਬਾਨਾ ਇੱਥੇ ਸੀਗਾ ਬਣਿਆ, ਉੱਥੇ ਹੈ ਕੱਲ ਖੁਰਦ। ਉਹਦੇ ਵਿੱਚ ਚਿੱਤਰ ਹੈ, ਉਹਦੇ ਵਿੱਚ ਅਸਲਾ ਪਿਆ ਹੈ, ਉਹਦੇ ਵਿੱਚ ਤੋਪਾਂ ਖੜੀਆਂ ਹੋਈਆਂ ਨੇ, ਉਸ ਟਾਈਮ ਦਾ ਇਤਿਹਾਸ ਲਿਖ ਕੇ ਲਾਇਆ ਹੈ। ਉੱਥੇ ਲਾਰਡ ਹੋਗਾਫ ਦੇ ਤੇ ਹੋਰ ਜਿਹੜੇ ਲੜਾਕੂ ਇਹਨਾਂ ਦੇ ਅਫਸਰ ਸੀ ਜਿਹੜੇ ਉਸ ਟਾਈਮ ਦੀ ਕਮਾਂਡ ਕਰਦੇ ਸੀ, ਉਹਨਾਂ ਨੇ ਜੋ ਇਤਿਹਾਸ ਲਿਖਿਆ ਉਹਨਾਂ ਨੇ ਇਹਨੇ ਬਿਨ ਲਿਖਿਆ। ਉਹਨਾਂ ਦੇ ਵਿੱਚ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਇੱਥੋਂ ਜਿਹੜਾ ਉਹ ਆਪਾਂ ਹੁਣ ਜਦੋਂ ਇਤਿਹਾਸ ਨੂੰ ਫਰੋਲਦੇ ਹਾਂ ਤਾਂ ਗਾਂਹ ਦੀਆਂ ਪਰਤਾਂ ਖੁੱਲ੍ਹੀ ਜਾਂਦੀਆਂ। ਇੱਥੋਂ ਜਿਹੜਾ ਇਹ ਜੰਗ ਇੰਨੀ ਭਿਆਨਕ ਸੀਗੀ,
ਪਰ ਸਿੱਖ ਉਸ ਤੋਂ ਬਾਅਦ ਵੀ ਲੜੇ ਨੇ। ਸਿੱਖ ਵੇਖੋ ਉਸ ਤੋਂ ਬਾਅਦ ਸਭਰਾਵੀ ਕਿੰਨੇ ਜ਼ਬਰਦਸਤ ਹੋ ਕੇ ਲੜੇ ਨੇ। ਸਿੱਖਾਂ ਨੇ ਹਾਰ ਨਹੀਂ ਮੰਨੀ ਸੀ। ਪਰ ਇੱਥੋਂ ਅਸੀਂ ਮੰਨਦੇ ਹਾਂ ਕਿ ਇਸ ਜੰਗ ਤੋਂ ਬਾਅਦ ਜਿਹੜਾ ਸਿੱਖ ਰਾਜ ਦਾ ਸੂਰਜ ਸੀ ਉਹ ਡੁੱਬਣਾ ਸ਼ੁਰੂ ਹੋ ਗਿਆ ਸੀ। 1870 ਦੇ ਵਿੱਚ ਇਹ ਮਨਾਲ ਬਣਾਈ ਗਈ ਸੀ ਅੰਗਰੇਜ਼ਾਂ ਦੇ ਵੱਲੋਂ, ਨਿਸ਼ਾਨੀ ਸੀ ਉਹਨਾਂ ਦੀ ਕਿ ਅਸੀਂ ਇੱਥੋਂ ਜਿੱਤ ਕੇ ਗਏ ਹਾਂ ਫਿਰੋਜ਼ ਸ਼ਹਿਰ ਤੋਂ। ਹੁਣ ਸਵਾਲ ਆਉਂਦਾ ਕਿ ਫਿਰੋਜ਼ ਸ਼ਾਹ ਫੇਰੂ ਸ਼ਹਿਰ, ਇਹ ਦੋ ਅਲੱਗ-ਅਲੱਗ ਨਾਮ ਕਿਉਂ ਨੇ? ਪਹਿਲਾਂ ਫਿਰੋਜ਼ ਸ਼ਾਹ ਸੀ ਕਿ ਪਹਿਲਾਂ ਫੇਰੂ ਸ਼ਹਿਰ ਸੀ? ਹਾਂਜੀ, ਇਹ ਪਹਿਲਾ ਨਾਂ ਸੀ ਫਿਰੋਜ਼ ਸ਼ਾਹ ਜੀ। ਅਸੀਂ ਇਹਦੇ ਤੇ ਰਿਸਰਚ ਕਰਦੇ ਪਏ ਹਾਂ, ਘੱਟੋ ਘੱਟ ਸਾਨੂੰ 1.5 ਮਹੀਨਾ ਹੋ ਗਿਆ ਲਗਾਤਾਰ ਇਹ ਦੋ ਨਾਮਾਂ ਦੇ ਉੱਤੇ ਵੀ ਜੇ ਫਿਰੋਜ਼ ਸ਼ਾਹ ਸੀ ਤਾਂ ਫੇਰੂ ਸ਼ਹਿਰ ਕਿਵੇਂ ਬਣਿਆ, ਜੇ ਫੇਰੂ ਸ਼ਹਿਰ ਸੀ ਤਾਂ ਫਿਰੋਜ਼ ਸ਼ਾਹ ਕਿਵੇਂ ਬਣਿਆ। ਪਰ ਇਹ ਨਾਂ ਸੀ ਫਿਰੋਜ਼ ਸ਼ਾਹ। ਕੁਛ ਕਹਾਵਤਾਂ ਨੇ ਕਿ ਫਿਰੋਜ਼ ਸ਼ਾਹ ਤੁਗਲਕ ਜਦੋਂ ਰਾਜਾ ਇੱਥੋਂ ਜਾ ਰਿਹਾ ਸੀ ਤਾਂ ਉਹ ਬਿਮਾਰ ਹੋ ਗਿਆ ਸੀ। ਇਹ ਦਰਿਆ ਸਤਲੁਜ ਦਾ ਕੰਢਾ ਸੀਗਾ। ਇੱਥੇ ਕੁਝ ਇਹੋ ਜਿਹੇ ਦਰਖਤ ਸੀਗੇ ਕਿ ਉਹ ਹਕੀਮਾਂ ਨੇ ਦੱਸਿਆ ਕਿ ਤੁਸੀਂ ਇੱਥੇ ਖੜੋ, ਇੱਥੇ ਕੁਝ ਚਿਰ ਆਰਾਮ ਕਰੋ, ਇੱਥੇ ਸੈਰਗਾਹ ਬਣਾਓ ਆਪਦੀ ਤੇ ਤੁਸੀਂ ਠੀਕ ਹੋ ਜਾਓਗੇ। ਉਹਨਾਂ ਨੂੰ ਕੋਈ ਦਮੇ ਦੀ ਪ੍ਰੋਬਲਮ ਸੀ ਤੇ ਕੁਝ ਦਰਖਤ ਇਹੋ ਜਿਹੇ ਸੀ ਇੱਥੇ ਜੰਗਲ ਦੇ ਵਿੱਚ, ਤੇ ਉਹਨਾਂ ਨੇ ਇੱਥੇ ਫਿਰ ਆਪਦਾ ਜਿਹੜਾ ਨਾਲ ਹੀ ਪਿੰਡ ਸਜਾਦੀ ਉੱਥੇ ਕੈਂਪ ਲੱਗਾ ਸੀ ਉਹਨਾਂ ਦਾ। ਉਸ ਤੋਂ ਬਾਅਦ ਇੱਥੇ ਉਹ ਡੇਲੀ ਆਉਂਦੇ ਸੀ, ਆਪਦਾ ਦਰਬਾਰ ਲਾਉਂਦੇ ਸੀ, ਸੈਰ ਕਰਦੇ ਸੀ। ਉਹ ਕਾਫੀ ਦਿਨ ਤੱਕ ਇੱਥੇ ਠਹਿਰੇ ਤੋਂ ਤਗੜੇ ਹੋ ਗਏ। ਇੱਕ ਇਤਿਹਾਸਕ ਜਿਹੜੀ ਇਹ ਹੈ ਜਿਹੜੇ ਲੋਕਾਂ ਤੋਂ ਅਸੀਂ ਲੋਕ ਸੁਣਾਉਂਦੇ ਆ ਰਹੇ ਨੇ, ਕੁਝ ਪੜ੍ਹਿਆ ਵੀ ਹੈ। ਦੂਜਾ ਇਹ ਸੀਗਾ ਵੀ ਉਹਨਾਂ ਦੇ ਜਿਹੜਾ ਫਿਰੋਜ਼ ਸ਼ਾਹ ਜਿਹੜਾ ਨਾਮ ਵੱਜਿਆ ਹੈ ਕਿਉਂਕਿ ਸਾਡਾ ਜਿਹੜਾ ਪਿੱਛਾ ਹੈਗਾ ਮਸੂਰ ਦੇਵੇ ਦਾ ਜੀ। ਅਸੀਂ ਸਾਰੇ ਗਿੱਲ ਹਾਂ ਜੀ। ਸਾਡੇ ਵੱਡੇ ਬਾਬਾ ਜੀ ਸ਼ੇਰ ਸਿੰਘ ਨੇ ਆ ਕੇ ਪਿੰਡ ਵੱਜਿਆ ਜੀ, ਬੰਨਿਆ ਇੱਥੇ। ਇਹ ਮੱਲਵਾਲ ਦੇ ਮੁਸਲਮਾਨਾਂ ਦੀ ਚਰਾਂਦ ਸੀਗੀ, ਇੱਥੇ ਆ ਕੇ ਪਿੰਡ ਬੰਨਿਆ। ਕਹਿੰਦੇ ਨੇ ਵੀ ਜਦੋਂ ਪਿੰਡ ਬੰਨਿਆ ਉਸ ਟਾਈਮ ਫਿਰੋਜ਼ ਸ਼ਾਹ ਜਿਹੜੇ ਰਾਜੇ ਦਾ ਕੋਈ ਥੜਾ ਬਣਾਇਆ ਹੋਇਆ ਸੀਗਾ ਬਈ ਇੱਥੇ ਉਹ ਆ ਕੇ ਬੈਠਦਾ ਸੀਗਾ ਤੇ ਜਨਤਾ ਵੀ ਬੈਠਦੀ ਸੀ। ਉਹ ਉੱਪਰ ਉੱਚੇ ਥਾਂ ਬੈਠਦਾ ਸੀ, ਉਹਨੂੰ ਫਿਰੋਜ਼ ਸ਼ਾਹ ਕਰਕੇ ਜਿਹੜਾ ਉਹਦਾ ਨਾਂ ਪੈ ਗਿਆ। ਪਰ ਸਾਡੀ ਸੰਤੁਸ਼ਟੀ ਨਹੀਂ ਅਜੇ ਤੱਕ ਹੋਈ। ਅਸੀਂ ਅਜੇ ਲੱਗ ਰਹੇ ਹਾਂ ਪੂਰਾ ਡਿਸਟ੍ਰਿਕਟ ਗੈਜਟ ਉਹ ਵੀ ਕਢਾਇਆ ਹੋਇਆ ਜੀ, ਮਥਾਵੀ ਵੀ ਕਢਾ ਲਈ ਹੈ। ਡਿਸਟ੍ਰਿਕਟ ਗੈਜਟ ਦੇ ਵਿੱਚ ਕਲੀਅਰ ਨਹੀਂ ਹੋਇਆ। ਹੁਣ ਹਰਿਦੁਆਰ ਤੋਂ ਜਿੱਥੋਂ ਸਾਡਾ ਪ੍ਰੋਹਤ ਸੀਗੇ ਉੱਥੋਂ ਦੇ 3-4 ਹੋਰ ਸਰੋਤ ਨੇ ਜਿਹੜੇ ਕਿ ਅਸੀਂ ਅਜੇ ਉਹ ਅਖੀਰ ਤੱਕ ਜਾਵਾਂਗੇ ਇਹਨੂੰ ਕਲੀਅਰ ਕਰਨ ਵਾਸਤੇ। ਪਰ ਜਿੱਥੋਂ ਤੱਕ ਹੁਣ ਤੱਕ ਕਲੀਅਰ ਹੋਇਆ ਹੈ ਉਹ ਹੈ ਜੀ ਕਿ ਫਿਰੋਜ਼ ਸ਼ਾਹ ਸੀ ਤੇ ਅੰਗਰੇਜ਼ਾਂ ਦੀ ਜਿਹੜੀ ਜ਼ਬਾਨ ਸੀ ਨਾ, ਜਿਵੇਂ ਉਹ ਭਗਤ ਸਿੰਘ ਨੂੰ ਭਗਤ ਸਿੰਘ ਬੋਲਦੇ ਸੀ, ਉਹਨਾਂ ਨੇ ਫੇਰੂ ਸ਼ਾਹ ਬੋਲਿਆ ਜੀ। ਫੇਰੂ ਸ਼ਾਹ ਉਹਨਾਂ ਦੇ ਬਹੁਤ ਸਾਰੀਆਂ ਲਿਖਤਾਂ ਦੇ ਵਿੱਚ ਫੇਰੂ ਸ਼ਾਹ ਆਇਆ ਜੀ। ਫੇਰੂ ਸ਼ਾਹ FERU ਪਾ ਕੇ ਜੀ ਅੱਗਾ SHH ਪਾਉਂਦੇ ਸੀ ਫੇਰੂ ਸ਼ਾਹ। ਉਹ ਫਿਰੋਜ਼ ਸ਼ਾਹ ਨੂੰ ਫੇਰੂ ਸ਼ਾਹ ਬੋਲਦੇ ਸੀ। ਹੌਲੀ ਹੌਲੀ ਉਹ ਜਿਵੇਂ ਬਠਿੰਡੇ ਤੋਂ ਭੱਟੀ ਵਿੰਡੇ ਤੋਂ ਬਠਿੰਡਾ, ਫਿਰ ਬਠਿੰਡਾ ਆ ਗਿਆ, ਇਸ ਤਰ੍ਹਾਂ ਇਹ ਫੇਰੂ ਸ਼ਹਿਰ ਬਣ ਗਿਆ। ਕਿਉਂਕਿ ਸਾਡਾ ਪਿੰਡ ਸਾਰੇ ਇਲਾਕੇ 'ਚੋਂ ਵਿਕਸਿਤ ਪਿੰਡ ਸੀ ਉਸ ਟਾਈਮ ਵੀ, ਇੱਥੇ ਵਧੀਆ ਬਾਜ਼ਾਰ ਸੀ। ਅੱਛਾ ਮੇਰੇ ਖੋਜ ਸਵਾਲ ਹੈ ਕਿ ਇਹ ਹੁਣ ਮਨਾਲ ਬਣੀ ਹੋਈ ਹੈ, ਇਹਦੀ ਦੇਖਭਾਲ ਕਿਉਂ ਨਹੀਂ ਹੁੰਦੀ ਪਈ, ਸਾਂਭ ਸੰਭਾਲ ਕਿਉਂ ਨਹੀਂ ਹੁੰਦੀ ਪਈ? ਪਿੱਛੇ ਤਿੜਾਂ ਹੋਈਆਂ ਨੇ, ਇਹ ਕਦੋਂ ਵੀ ਗਿਰ ਸਕਦੀ ਹੈ, 2-6 ਮਹੀਨੇ ਨੂੰ, ਸਾਲ ਨੂੰ ਗਿਰ ਜੂਗੀ। ਇਹਦੀ ਸੰਭਾਲ ਕਿਉਂ ਨਹੀਂ ਹੋਈ? ਸੰਭਾਲ ਇਹਦੀ ਪੁਰਾਤੱਤਵ ਵਿਭਾਗ ਦੇ ਅੰਡਰ ਹੈ ਜੀ। ਤੇ ਪੁਰਾਤੱਤਵ ਵਿਭਾਗ ਇਹ ਫਿਰੋਜ਼ ਸ਼ਾਹ, ਮੁੱਦਗੀ, ਮਿਸ਼ਰੀ ਵਾਲਾ ਤੇ ਆਪਣਾ ਆਲੀਵਾਲ, ਚੇਲਿਆਂ ਵਾਲੀ ਤੇ ਇਹ ਦੂਜਾ ਆਪਣਾ ਹੈਗਾ ਸਭਰਾਵਾਂ। ਚੇਲਿਆਂ ਵਾਲੀ ਤਾਂ ਪਾਕਿਸਤਾਨ ਚਲਾ ਗਿਆ। ਉਧਰਲੇ ਸਾਂਭਦੇ ਪਏ ਨੇ। ਉਧਰ ਵੀ ਇੱਧਰ ਜਿਹੜੀ ਇਹ ਸੰਭਾਈ ਆ ਸਾਰੀ ਪੁਰਾਤੱਤਵ ਵਿਭਾਗ ਦੀ ਹੋ ਰਹੀ ਹੈ। ਪਹਿਲਾਂ ਇੱਥੇ ਇੱਕ ਚੌਂਕੀ ਸਾਂਭਦੇ ਨੇ ਬਿਲਡਿੰਗ ਨੂੰ ਕਿ ਨਹੀਂ ਸਾਂਭਦੇ? ਨਹੀਂ, ਆਉਂਦੇ ਤਾਂ ਹੈ ਨੇ ਪਰ ਜਿਸ ਹਿਸਾਬ ਨਾਲ ਸਾਂਭਣੀ ਚਾਹੀਦੀ ਉਸ ਹਿਸਾਬ ਨਾਲ ਕੋਈ ਇਹਦੀ ਹੋ ਨਹੀਂ ਰਹੀਗੀ। ਅਸੀਂ ਕਈ ਵਾਰੀ ਸ਼ਿਕਾਇਤਾਂ ਵੀ ਇਤਿਹਾਸ ਵਿਗਾੜਿਆ ਜਾ ਰਿਹਾ। ਹਾਂਜੀ, ਇਤਿਹਾਸ ਵਿਗਾੜਿਆ ਜਾ ਰਿਹਾ। ਹਾਂਜੀ ਬਿਲਕੁਲ। ਇਹ ਕਈ ਲੋਕ ਕਹਿ ਦਿੰਦੇ ਨੇ ਇਹ ਤਾਂ ਅੰਗਰੇਜ਼ਾਂ ਨੇ ਬਣਾਈ ਹੋਈ ਆ। ਗੱਲ ਅੰਗਰੇਜ਼ਾਂ ਦੀ ਨਹੀਂ ਗੀ। ਅੰਗਰੇਜ਼ਾਂ ਨੇ ਬਣਾਈ ਆ ਤੇ ਅੰਗਰੇਜ਼ਾਂ ਨੂੰ ਕੁੱਟਿਆ ਮਾਰਿਆ ਕੀ ਨਹੀਂ ਸਿੱਖਾਂ ਨੇ। ਜੇ ਅੰਗਰੇਜ਼ਾਂ ਦਾ ਨਾਂ ਆਊਗਾ ਤਾਂ ਸਿੱਖ ਫੌਜਾਂ ਦਾ ਨਾਂ ਵੀ ਆਊਗਾ। ਜਿੱਤੇ ਜੁੱਤੇ ਤਾਂ ਨਹੀਂ ਸੀ, ਉਹ ਆਪਦੀ ਜਿੱਤ ਦੀ ਲਾਟ ਬਣਾ ਕੇ ਸਾਡੀਆਂ ਸਰਕਾਰਾਂ ਤੋਂ ਬਣੀ ਨਹੀਂ। ਸਾਡੀਆਂ ਸਰਕਾਰਾਂ ਬਣਾ ਕੇ ਸਾਡੇ ਕੋਲ ਤੋਂ ਵੀ ਨਹੀਂ ਬਣਿਆ। ਸਾਡੇ ਤੋਂ ਕੁਝ ਵੀ ਨਹੀਂ ਬਣਿਆ। ਸਾਡੇ ਤੋਂ ਕੁਝ ਵੀ ਨਹੀਂ ਬਣਿਆ। ਅਸੀਂ ਪਿੰਡ ਵਾਲਿਆਂ ਨੇ ਗੁਰਦੁਆਰਾ ਸਾਹਿਬ, ਇਹ ਦੇਖੋ ਨਾਲ ਹੈ ਗੁਰਦੁਆਰਾ ਸਾਹਿਬ ਦੀ, ਇਹ ਨਵਾਂ ਗੁਰਦੁਆਰਾ ਸਾਹਿਬ ਬਣਿਆ ਹੈ ਤੇ ਪੁਰਾਣਾ ਗੁਰਦੁਆਰਾ ਸਾਹਿਬ ਬਣਿਆ। ਪਿੰਡ ਵਾਲਿਆਂ ਨੇ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਾ ਦਿੱਤਾ। ਪਰ ਇਹ ਸਰਕਾਰਾਂ ਨੂੰ ਚਾਹੀਦਾ ਸੀ ਕਿ ਸਿੱਖ ਫੌਜਾਂ ਨੇ ਜਿਹੜੀ ਮਾਰ ਕੇ ਮਾਰੇ ਨੇ ਉਹਨਾਂ ਨੂੰ ਜਾਗਰਿਤ ਕਰਦੇ। ਆਪਣਾ ਪ੍ਰਤਾਪ ਸਿੰਘ ਕੈਰੋਂ ਜੀ ਦੇ ਜਦੋਂ ਮੁੱਖ ਮੰਤਰੀ ਸੀਗੇ ਉਹਨਾਂ ਨੇ ਇੱਕ ਸੁਪਨਾ ਲਿਆ ਸੀ, ਆਏ ਵੀ ਸੀਗੇ ਇੱਥੇ, ਕਿ ਅਸੀਂ ਦੂਜਾ ਇੱਕ ਇਹੋ ਜਿਹੀ ਲਾਟ ਬਣਾਵਾਂਗੇ ਉਹ ਸਿੱਖ ਫੌਜਾਂ ਦੇ ਬਹਾਦਰੀ ਨੂੰ ਦਰਸਾਏਗੀ, ਇਸ ਤੋਂ ਉੱਚੀ ਹੋਵੇਗੀ। ਪਰ ਉਹ ਗੱਲਾਂ ਹੀ ਰਹਿ ਗਈਆਂ, ਉਹ ਕਿਤਾਬਾਂ 'ਚ ਹੀ ਰਹਿ ਗਿਆ ਸਾਰਾ ਕੁਝ। ਅਸੀਂ ਦੇਖਦੇ ਹਾਂ ਕਿ ਇਹ ਪੁਰਾਤੱਤਵ ਵਿਭਾਗ ਦੇ ਅੰਡਰ ਹੈ, ਪਰ ਪੁਰਾਤੱਤਵ ਵਿਭਾਗ ਦਾ ਉਹਨਾਂ ਨੇ ਪੈਸਾ, ਮੈਂ ਕਹਿਣ ਤੋਂ ਨਹੀਂ ਗਰੇਜ ਕਰੂੰਗਾ, ਜਿੰਨਾ ਇੱਥੇ ਪੈਸਾ ਆਉਂਦਾ ਉਹਨਾਂ ਨੂੰ ਲੱਗਦਾ ਹੀ ਨਹੀਂ ਪਿਆਗਾ। ਇੱਥੇ ਕੋਈ ਸਾਂਭ ਸੰਭਾਲ ਨਹੀਂ ਗਈ। ਤੁਸੀਂ ਮੈਮੋਰੀਅਲ 'ਚ ਜਾ ਕੇ ਵੇਖੋ, ਤੋਪਾਂ ਦੇ ਟਾਇਰ ਪਹੀਏ ਗਲ ਕੇ ਡਿੱਗ ਪਏ, ਉੱਥੇ ਕੋਈ ਸਾਂਭ ਸੰਭਾਲ ਹੀ ਹੈ ਨਹੀਂ ਕਿਸੇ ਚੀਜ਼ ਦੀ। ਮਤਲਬ ਜਿੰਨਾ ਪੈਸਾ ਸਰਕਾਰ ਰੱਖਦੀ ਹੈ ਨਾ ਬਜਟ, ਉਹ ਇੱਥੇ ਲੱਗਦਾ ਨਹੀਂ ਪਿਆਗਾ।
ਇੱਥੇ ਤਾਂ ਸਫਾਈ ਵੀ ਕਈ ਵਾਰੀ ਪਿੰਡ ਵਾਲੇ ਕਰ ਦਿੰਦੇ ਨੇ। ਅੱਛਾ, ਜਿਸ ਤਰੀਕੇ ਨਾਲ ਹੁਣ ਚਰਚਾ ਆਪਾਂ ਹੁਣ ਕਰਦੇ ਹਾਂ, ਬੈਠ ਕੇ ਗੱਲਬਾਤ ਕਰਦੇ ਹਾਂ ਇਤਿਹਾਸ ਪੱਖੋਂ, ਕਿ ਵਾਕਈ ਜੇ ਇੱਥੋਂ ਸਿੱਖ ਜਿੱਤ ਜਾਂਦੇ ਜਿਸ ਤਰੀਕੇ ਨਾਲ ਦਗਾ ਨਾ ਹੁੰਦਾ ਤਾਂ ਅੱਜ ਸਾਡਾ ਇਤਿਹਾਸ ਜਿੰਦਾ ਹੁੰਦਾ, ਅਸੀਂ ਹਾਰਦੇ ਨਾ, ਕਿ ਵਾਕਈ ਸਿੱਖ ਰਾਜ ਕਾਇਮ ਹੁੰਦਾ ਅੱਜ। ਜੇ ਇੱਥੋਂ ਸਿੱਖ ਜਿੱਤ ਜਾਂਦੇ ਨਾ, ਤੁਹਾਡਾ ਬਹੁਤ ਅੱਛਾ ਸਵਾਲ ਹੈ ਜੀ। ਉਸ ਤੋਂ ਬਾਅਦ ਅੰਗਰੇਜ਼ ਇੰਡੀਆ ਦੇ ਰਾਜ ਕਰਨਾ ਅੰਗਰੇਜ਼ਾਂ ਲਈ ਸੰਭਵ ਨਹੀਂ ਸੀਗਾ। ਇਸ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੂੰ ਦੇਸ਼ ਛੱਡ ਕੇ ਜਾਣਾ ਹੀ ਪੈਣਾ ਸੀ। ਉਸ ਤੋਂ ਬਾਅਦ ਕੁਰਬਾਨੀਆਂ ਕਰਨ ਦੀ ਲੋੜ ਨਹੀਂ ਪੈਣੀ ਸੀ ਜੇ, ਕਿਉਂਕਿ ਇਹ ਹਾਰੇ ਕਿਉਂਕਿ ਸਾਰੀਆਂ ਜਿਹੜੀਆਂ ਦੱਖਣੀ ਭਾਰਤ ਦੀਆਂ ਉੱਤਰੀ ਭਾਰਤ ਦੀਆਂ ਰਿਆਸਤਾਂ ਸੀ ਜਿਹੜੀਆਂ, ਉਹ ਸਾਰੀਆਂ ਅੰਗਰੇਜ਼ਾਂ ਦੇ ਨਾਲ ਸੀ। ਅੰਗਰੇਜ਼ ਸਿਪਾਹੀ ਕਿੰਨੇ ਕੁ ਸੀ ਇੱਥੇ? ਉਹ ਤਾਂ ਕੁਝ ਹਜ਼ਾਰ ਦੀ ਗਿਣਤੀ ਸੀ। ਸਾਰੇ ਹੀ ਆਪਣੇ ਸੀਗੇ, ਪੰਜਾਬੀਆਂ ਹਿੰਦੁਸਤਾਨੀਆਂ ਨਾਲ ਪੰਜਾਬੀ ਲੜਦੇ ਪਏ ਸੀ। ਸ਼ਾਹ ਮੁਹੰਮਦ ਨੇ ਕਿਹਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨਹੀਂ, ਠੀਕ ਹੈ ਜੀ। ਇਹ ਇੱਥੇ ਜੰਗ ਹਿੰਦ ਪੰਜਾਬ ਦਾ ਸੀ, ਇੱਕ ਪਾਸੇ ਪੰਜਾਬ ਸੀ, ਇੱਕ ਪਾਸੇ ਸਾਰਾ ਹਿੰਦੁਸਤਾਨ ਸੀ। ਹਿੰਦੁਸਤਾਨ ਉਹਨਾਂ ਨੇ ਕਿਉਂ ਕਿਹਾ? ਕਿਉਂਕਿ ਸਾਰੀਆਂ ਰਿਆਸਤਾਂ ਜਿਹਦੇ ਵਿੱਚ ਫਰੀਦਕੋਟ ਰਿਆਸਤ, ਪਟਿਆਲਾ ਰਿਆਸਤ, ਜਿੰਨੀਆਂ ਗਾਂ ਦਿੱਲੀ ਦੇ ਨਾਲ ਦੱਖਣੀ ਭਾਰਤ ਦੀਆਂ ਉੱਤਰੀ ਸਾਰੀਆਂ ਰਿਆਸਤਾਂ ਇੱਥੇ ਮਦਦ ਕਰਦੀਆਂ ਪਈਆਂ ਸੀ। ਉਹਨਾਂ ਦੀ ਫੌਜ ਸੀ, ਰਿਆਸਤੀ ਫੌਜਾਂ ਜਿਹੜੀਆਂ ਪੰਜਾਬ ਦੇ ਨਾਲ ਲੜੀਆਂ। ਸਾਨੂੰ ਇਹ ਚੀਜ਼ ਸਿੱਖ ਇੱਕ ਪਾਸੇ ਸੀ, ਬਾਕੀ ਰਿਆਸਤ ਇੱਕ ਪਾਸੇ ਸੀ। ਹਾਂਜੀ, ਸਿੱਖ ਰਾਜ ਦੇ ਵਿੱਚ ਮੁਸਲਮਾਨ ਵੀ ਸੀ, ਹਿੰਦੂ ਵੀ ਸੀ, ਸਾਰੇ ਸੀ। ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਇੱਕ ਪਾਸੇ ਸੀ, ਖਾਲਸਾ ਦਰਬਾਰ ਇੱਕ ਪਾਸੇ ਸੀ, ਸਾਰਾ ਹਿੰਦੁਸਤਾਨ ਇੱਕ ਪਾਸੇ ਸੀ। ਪਰ ਜੇ ਇੱਥੋਂ ਕਿਤੇ ਹਾਰ ਜਾਂਦੇ ਅੰਗਰੇਜ਼, ਇਸ ਤੋਂ ਬਾਅਦ ਅੰਗਰੇਜ਼ ਜਿਹੜਾ ਦੇਸ਼ ਆਪਣੇ ਆਪ ਹੀ ਛੁੱਟ ਜਾਣੇ ਸੀ, ਉਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਦੇਣਾ ਸੀ। ਅੱਛਾ, ਜੇ ਇੱਥੋਂ ਜਿੱਤ ਜਾਂਦੇ ਸਿੱਖ, ਅੱਜ ਇਤਿਹਾਸ ਕੁਛ ਹੋਰ ਹੁੰਦਾ ਕਿ ਖਾਲਸਾ ਰਾਜ ਅਲੱਗ ਹੁੰਦਾ। ਤੁਸੀਂ ਦੇਖੋ ਜੀ, ਅੰਗਰੇਜ਼ ਹੈਰਾਨ ਰਹਿ ਗਏ, ਕਹਿੰਦੇ ਖਾਲਸਾ ਰਾਜ ਐਡਾ ਚੰਗਾ ਸੀ। ਜਦੋਂ ਉਹਨਾਂ ਨੇ 1852 ਦੇ ਵਿੱਚ ਮਰਦਮਸ਼ੁਮਾਰੀ ਕਰਾਈ ਹੈ, ਤੇ ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਇਲਾਕੇ ਦੇ ਵਿੱਚ, ਰਾਜ ਦੇ ਵਿੱਚ 87% 85 ਤੋਂ 87% ਸਾਖਰਤਾ ਸੀਗੀ। ਹਰ ਬੰਦਾ ਪੜ੍ਹਿਆ ਲਿਖਿਆ ਸੀ, ਹਰ ਬੰਦਾ ਗੁਰਮੁਖੀ ਜਾਣਦਾ ਸੀ। ਉਹਨਾਂ ਨੇ ਕਾਇਦੇ ਖੋਣੇ ਸ਼ੁਰੂ ਕਰਤੇ। ਨੰਬਰਦਾਰਾਂ ਨੂੰ ਕਿਹਾ ਵੀ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਤੇ ਕਾਇਦੇ ਜਮ੍ਹਾਂ ਕਰਾਓ ਸਾਨੂੰ, ਵੀ ਅਸੀਂ ਇਹਨਾਂ ਨੂੰ ਅਨਪੜ੍ਹ ਬਣਾਈਏ, ਇਹ ਫੇਰ ਲੋਕ ਸੂਤ ਆਉਣਗੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਤਾਂ ਹਰ ਬੰਦਾ ਪੜ੍ਹਿਆ ਲਿਖਿਆ ਸੀ, ਬਹੁਤ ਅੱਛਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ। ਅਸੀਂ ਭਾਵੇਂ ਉਂਝ ਹੀ ਕਈ ਬੰਦੇ ਮਹਿਸੂਸ ਕਰਦੇ ਆ, ਹੀਣਤਾ ਮਹਿਸੂਸ ਕਰ ਜਾਂਦੇ ਆ, ਇਹ ਸਿੱਖ ਰਾਜ ਸੀ। ਸਿੱਖ ਨਹੀਂ ਸੀ ਉਹ ਸਾਰਿਆਂ ਦਾ ਸਾਂਝਾ ਸੀ, ਉਹ ਸਾਰਿਆਂ ਦਾ ਸਾਂਝਾ ਸੀ। ਉਹਨੇ ਫਕੀਰ ਜੀਜੂਦੀਨ ਹੋਣੀ, ਦੇਖੋ ਵੱਡੇ ਵੱਡੇ ਰੁਤਬਿਆਂ ਦੇ ਫਕੀਰ ਜੀਜੂਦੀਨ ਵਿਦੇਸ਼ ਮੰਤਰੀ ਸੀ, ਜਿਹਦੇ ਨਾਲ ਗੱਲ ਕਰਨ ਤੋਂ ਅੰਗਰੇਜ਼ ਵੀ ਝਪਕਦੇ ਸੀ, ਇੰਨਾ ਇੰਟੈਲੀਜੈਂਟ ਬੰਦਾ ਸੀ। ਦੇਖੋ ਜਿਹੜਾ ਰੌਸ਼ਨ ਦਿਮਾਗ ਇੰਜੀਨੀਅਰ ਸੀ ਲਹਿਣਾ ਸਿੰਘ ਮਜੀਠੀਆ, ਜਿਨ੍ਹਾਂ ਨੇ ਤੋਪਖਾਨੇ ਦੇ ਇੰਚਾਰਜ ਸੀ, ਤੋਪਾਂ ਬਣਾਈਆਂ ਬਹੁਤ ਵਧੀਆ। ਅੱਜ ਵੀ ਜਿਹੜਾ ਅੰਗਰੇਜ਼ ਮੰਨਦੇ ਆਪਣੀਆਂ ਲਿਖਤਾਂ ਦੇ ਵਿੱਚ ਕਿ ਜਿਹੜਾ ਤੋਪਖਾਨਾ ਨਾ ਜਿਹੜਾ ਅੰਗਰੇਜ਼ਾਂ ਦਾ ਸੀ, ਉਹ ਸਾਡੇ ਨਾਲੋਂ, ਸਿੱਖਾਂ ਦਾ ਤੋਪਖਾਨਾ ਸੀ, ਉਹ ਸਾਡੇ ਤੋਪਖਾਨੇ ਨਾਲੋਂ ਬਹੁਤ ਚੰਗਾ ਸੀ। ਇੱਥੇ ਪੰਜਾਂ ਫਿਰੋਜ਼ਪੁਰ ਤੋਪਾਂ ਕਿਤੇ ਵੇਖਿਆ? ਆਪਣਿਆਂ ਨੇ ਡੋਬਿਆ, ਆਪਣੀ ਸਾਡੇ ਗਦਾਰ ਨਿਕਲ ਕੇ ਤਾਂ ਅਸੀਂ ਜੰਗ ਆ ਗਏ। ਤੋਪਾਂ ਚੱਲਣ ਹੀ ਨਹੀਂ ਦਿੱਤੀਆਂ ਜੀ। ਮਨੀਸ਼ੇ ਨੇ ਪਿਛਾਂ ਕਰ ਲਿਆ। ਇਤਿਹਾਸ ਲਿਖਦਾ ਹੈ, ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸਰੋਂ ਦੀਆਂ ਬੋਰੀਆਂ ਵਿੱਚ ਹੋਰ ਮਿੱਟੀ ਘੱਟਾ ਭੇਜਤਾ ਕਿ ਉੱਥੇ ਅਸਲ ਬਰੂਦ ਆਉਂਦਾ ਤਾਂ ਤੋਪਾਂ ਚੱਲਦੀਆਂ। ਜਿੰਨਾ ਚਿਰ ਸਿੱਖਾਂ ਕੋਲੇ ਬਰੂਦ ਸੀ ਉਹ ਚੱਲੀਆਂ। ਪਰ ਸਾਨੂੰ ਮਾਣ ਹੈ ਕਿ ਅਸੀਂ ਇਸ ਧਰਤੀ 'ਤੇ ਜਾਏ ਹੋਏ ਹਾਂ, ਠੀਕ ਹੈ ਜੀ। ਸਾਡੇ ਪਿੰਡ ਦੇ ਬਾਬਾ ਗੁਲਾਬ ਸਿੰਘ ਸਭਰਾਵਾਂ ਵਾਲੀ ਜੰਗ 10 ਫਰਵਰੀ 1846 ਉਹਦੇ ਵਿੱਚ ਸ਼ਹੀਦ ਹੋਏ ਨੇ। ਇਸ ਅੰਗਰੇਜ਼ੀ ਸ਼ੇਰੇ ਪੰਜਾਬ ਦੀ ਫੌਜ ਦੇ ਸਿਪਾਹੀ ਸੀਗੇ। ਪਰ ਇੱਥੇ ਜਿੰਨਾ ਸਿੱਖਾਂ ਦਾ ਜਜ਼ਬਾ ਸੀ ਨਾ ਲੜਨ ਵਾਸਤੇ, ਉਹ ਅੰਗਰੇਜ਼ਾਂ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਬਿਆਨ ਕੀਤਾ ਹੈ। ਵੇਖੋ, ਕਹਿੰਦੇ ਵੀ ਬਹੁਤ ਵੱਡੀ ਘਟਨਾ ਦੁਨੀਆ ਦੀ ਕਿ ਸੈਨਾਪਤੀ ਭੱਜ ਗਏ, ਉਹਨੇ ਇਕੱਲੇ ਸਿਪਾਹੀ ਲੜੀ ਜਾਣ, ਕੋਈ ਕਮਾਂਡ ਕਰਨ ਵਾਲਾ ਹੀ ਨਹੀਂ। ਇਤਿਹਾਸ ਪਹਿਲੀ ਵਾਰ ਸੀ ਇਹ। ਹਾਂਜੀ, ਇਹ ਪਹਿਲੀ ਘਟਨਾ ਦੁਨੀਆ ਦੀ। ਤੁਸੀਂ ਕਦੇ ਵੀ ਇਤਿਹਾਸ ਜਿਹੜਾ ਮਰਜ਼ੀ ਪੜ੍ਹ ਲਓ, ਮੇਰਾ ਵਿਸ਼ਾ ਇਤਿਹਾਸ ਹੈ, ਮੈਂ ਬਹੁਤ ਪੜ੍ਹਦਾ ਪਿਆ ਇਤਿਹਾਸ, ਪਰ ਤੁਸੀਂ ਕਿਤੇ ਇਹੋ ਜਿਹੀ ਨਹੀਂ ਵੇਖੀ ਹੋਊਗੀ ਘਟਨਾ ਕਿ ਸੈਨਾਪਤੀ ਭੱਜ ਜਾਣ ਤੇ ਇਕੱਲੇ ਬੜੇ ਸਿਪਾਹੀ ਲੜੀ ਜਾਣ। ਇੱਥੇ ਇਕੱਲੇ ਸਿਪਾਹੀ ਲੜੇ ਨੇ, ਸੈਨਾਪਤੀ ਭੱਜ ਗਏ ਤੇ ਇਕੱਲੇ ਸਿਪਾਹੀ ਲੜੀ ਗਏ। ਦੇਖੋ, ਸੈਨਾਪਤੀਆਂ ਨੇ ਬਿਗਲ ਵਜਾਉਣੇ ਸੀ ਜਿੱਤ ਦੇ, ਉਹ ਭੱਜ ਕੇ ਪਿਛਾਂਹ ਹੋ ਗਏ, ਕਿਉਂਕਿ ਉਹਨਾਂ ਦੀ ਸੰਧੀ ਸੀ, ਉਹਨਾਂ ਦਾ ਚਿੱਠੀ ਪੱਤਰ ਹੋਇਆ ਸੀ, ਉਹਨਾਂ ਦਾ ਖਤੋ ਕਿਤਾਬਤ ਹੋਈ ਸੀ। ਗਦਾਰ ਸੀ ਗਦਾਰ ਉਹਨਾਂ ਨੇ ਤੇਜਾ ਸਿੰਘ, ਸਾਡੇ ਤਾਂ ਅੱਜ ਵੀ ਕਹਿ ਦਿੰਦੇ ਨੇ ਜਦੋਂ ਪਿੰਡ 'ਚ ਕੋਈ ਗੱਲ ਚੱਲਦੀ ਹੈ, ਤੇਜਾ ਸਿੰਘ ਤੇ ਲਾਲ ਸਿੰਘ ਦੀ ਦਾ। ਜਦੋਂ ਗਦਾਰੀ ਕੋਈ ਕਰਦਾ ਨਾ, ਜਿਹੜਾ ਕੋਈ ਗਦਾਰੀ ਕਰਦਾ, ਉਹ ਤੇਜਾ ਸਿੰਘ ਲਾਲ ਸਿੰਘ ਦੀ ਲਾ ਦੀ ਹੈ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਰਜਿੰਦਰ ਸਿੰਘ, ਇਸ ਪਿੰਡ ਦੀ ਵਾਸੀ ਨੇ। ਕਹਿ ਰਹੇ ਨੇ ਇਤਿਹਾਸ ਪੱਖੋਂ, ਹੁਣ ਕਿਤਾਬ ਵੀ ਲਿਖਦੇ ਨੇ ਕਿ ਜੇ ਪਹਿਲੀ ਸਿੱਖ ਐਂਗਲੋ ਵਾਰ ਜੇ 1845 ਵਿੱਚ ਹੋਈ ਸੀ, ਜੇ ਸਿੱਖ ਨਾ ਹਾਰਦੇ ਤਾਂ ਅੱਜ ਖਾਲਸਾ ਰਾਜ ਜਾਂ ਸਿੱਖ ਰਾਜ ਜਿਹਨੂੰ ਕਹਿੰਦੇ ਆ ਉਹ ਹੋਰ ਹੋਣਾ ਸੀ। ਅੱਜ ਨਕਸ਼ਾ ਕੁਝ ਹੋਰ ਹੋਣਾ ਸੀ, ਅੱਜ ਪੰਜਾਬ ਦਾ ਨਕਸ਼ਾ ਕੁਝ ਹੋਰ ਹੋਣਾ ਸੀ, ਇਤਿਹਾਸ ਕੁਝ ਹੋਰ ਲਿਖਿਆ ਜਾਣਾ ਸੀ। ਇੱਥੋਂ ਹੀ ਨਹੀਂ ਰੱਖੀ ਗਈ ਸੀ, ਇਸੇ ਸ਼ਹਿਰ 'ਚੋਂ ਨਹੀਂ ਰੱਖੀ ਗਈ ਸੀ ਜਦੋਂ ਸਿੱਖ ਹਾਰ ਗਏ ਸੀ। ਹਾਰੇ ਵੀ ਸਿੱਖ ਆਪਣੀਆਂ ਹੀ ਜਿਹੜੇ ਵਿੱਚ ਕੋਈ ਬੰਦੇ ਫਿੱਟ ਕੀਤੇ ਸੀ, ਆਪਣੀ ਕੁਛ ਗੱਦਾਰ ਬੰਦੇ ਨਿਕਲੇ ਜਿਸ ਨੇ ਸਿੱਖਾਂ ਨੂੰ ਹਰਾ ਦਿੱਤਾ। ਤਾਂ ਦੂਸਰੇ ਪਾਸੇ ਲਗਾਤਾਰ ਹੀ
ਸਿੱਖ ਲੜਦੇ ਦੇ ਬਿਨਾਂ ਸੈਨਾਪਤੀ ਤੋਂ। ਇਹ ਵੀ ਇਤਿਹਾਸ 'ਚ ਪਹਿਲੀ ਵਾਰ ਹੋਇਆ ਸੀ ਕਿ ਸੈਨਾਪਤੀ ਭੱਜ ਗਏ ਜੋ ਗੱਦਾਰ ਸੀ ਸਿੱਖ ਵੱਲੋਂ, ਪਰ ਸਿੱਖ ਸਿਪਾਹੀ ਇੱਥੇ ਲੜਦੇ ਦੇ ਤੇ ਹਾਰ ਗਏ। ਅੰਗਰੇਜ਼ਾਂ ਨੇ ਆਪਣੀ ਕਿਤਾਬਾਂ ਵਿੱਚ ਵੀ ਲਿਖਿਆ ਕਿ ਪਹਿਲੀ ਵਾਰ ਹੋਇਆ ਕਿ ਸਿੱਖ ਇਸ ਤਰੀਕੇ ਨਾਲ ਲੜੇ ਨੇ, ਮੈਦਾਨ ਨਹੀਂ ਛੱਡ ਕੇ ਭੱਜੇ, ਖੁਦ ਸ਼ਹੀਦ ਹੋ ਗਏ ਨੇ। ਜੇ ਕਾਸ਼ ਉਹ ਇਤਿਹਾਸ ਜੋ ਹੈ ਪਲਟਾ ਖਾ ਜਾਂਦਾ ਤਾਂ ਅੱਜ ਜਿਹੜਾ ਇਹ ਸਾਰਾ ਹੀ ਨਕਸ਼ਾ ਬਦਲਿਆ ਹੋਣਾ ਸੀ। ਜਿਸ ਇਤਿਹਾਸ ਦੀ ਗੱਲ ਹੁੰਦੀ, ਚਰਚਾ ਛਿੜਦੀ ਹੈ, ਉਹ ਕੁਝ ਹੋਰ ਹੋਣਾ ਸੀ। ਆਪਸੀ ਭਾਈਚਾਰੇ ਨੇ ਗੱਦਾਰੀਆਂ ਕੀਤੀਆਂ ਨੇ, ਇਹ ਉਹੀ ਸਾਨੂੰ ਅੱਜ ਮਿਲਿਆ ਹੈ। ਤਾਂ ਇੱਕ ਨਿਸ਼ਾਨੀ ਪੱਖੋਂ ਇਹ ਬਣਾ ਕੇ ਸੀ ਅੰਗਰੇਜ਼ 1870 ਵਿੱਚ ਕਿ ਅਸੀਂ ਜਿੱਤ ਕੇ ਗਏ ਆ, ਇਸ ਦੀ ਵੀ ਸੰਭਾਲ ਨਹੀਂ ਕੀਤੀ ਗਈ। ਜਦੋਂ ਇਹ ਨਿਸ਼ਾਨੀ ਯਾਦ ਆਉਂਦੀ ਹੈ ਨਾਲ ਸਿੱਖਾਂ ਦਾ ਵੀ ਨਾਮ ਆਉਂਦਾ ਹੈ, ਕਿਤਾਬਾਂ ਦਾ ਵੀ ਜ਼ਿਕਰ ਹੁੰਦਾ ਹੈ। ਸਿੱਖ ਅੰਗਰੇਜ਼ ਖੁਦ ਲਿਖਦੇ ਨੇ ਕਿ ਅਸੀਂ ਉੱਥੇ ਇੰਨਾ ਕੁਝ ਦੇਖਿਆ, ਇੰਨੀ ਜ਼ਬਰਦਸਤ ਲੜਾਈ ਦੇਖੀ ਕਿ ਸਿੱਖ ਹਾਰੇ ਨਹੀਂ, ਸਿੱਖਾਂ ਦੇ ਵਿੱਚ ਹੌਸਲਾ ਸੀ ਪਰ ਸੈਨਾਪਤੀਆਂ ਨੇ ਹਰਾ ਦਿੱਤਾ। ਹਾਂਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਨਾ ਬੜਾ ਦੁੱਖ ਹੁੰਦਾ ਹੈ, ਨਾ ਕੋਈ ਇਲਾਕੇ ਦਾ ਲੀਡਰ, ਨਾ ਕੋਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਨਹੀਂ ਆਉਂਦੇ ਕਦੇ। ਜਦੋਂ ਅੰਗਰੇਜ਼ ਆਉਂਦੇ ਨਾ, ਬਾਹਰਲੇ ਲੋਕ ਆਉਂਦੇ ਨੇ, ਉਹਨਾਂ ਨੂੰ ਪੁੱਛੀਦਾ ਤੁਸੀਂ ਕੌਣ ਹੋ? ਬੜੇ ਆਉਂਦੇ ਨੇ ਇੱਥੇ, ਵਾਹਵਾ ਆਉਂਦੇ ਨੇ। ਉਹ ਕੋਈ ਕਹਿੰਦਾ ਮੇਰਾ ਪੜਦਾਦਾ ਇੱਥੇ ਸ਼ਹੀਦ ਹੋਇਆ ਸੀ, ਕੋਈ ਕਹਿੰਦਾ ਮੇਰਾ ਪੜਨਾਨਾ ਸ਼ਹੀਦ ਹੋਇਆ ਸੀ, ਕੋਈ ਕਹਿੰਦਾ ਨਾਨਾ ਸ਼ਹੀਦ ਹੋਇਆ ਸੀ। ਉਹ ਸ਼ਹੀਦ ਉਹਨਾਂ ਦੇ ਸ਼ਹੀਦ ਹੀ ਹੈ ਜੀ, ਜੰਗੀ ਜਿਹੜਾ ਲੜਦਾ ਯੋਧਾ ਸ਼ਹੀਦ ਹੈ। ਉਹ ਉਹਨਾਂ ਕੋਲ ਨਕਸ਼ਾ ਹੁੰਦਾ ਜੀ, ਉਹ ਇੱਥੋਂ ਮਿਣ ਕੇ, ਫੀਤਾ ਵੀ ਹੁੰਦਾ ਕਈ ਵਾਰੀ, ਉਹ ਮਿਣ ਕੇ ਉੱਥੇ ਜਾ ਕੇ ਉਹ ਜਿਹੜੀ ਜ਼ਮੀਨ ਹੈ ਉੱਥੇ ਜਾ ਕੇ ਅੰਦਾਜ਼ੇ ਦੇ ਨਾਲ ਉਹ ਨਕਸ਼ਾ ਵੇਖ ਕੇ ਸਟੈਂਡ ਲਾ ਲੈਂਦੇ, ਉੱਥੇ ਜਾ ਕੇ ਨਤਮਸਤਕ ਹੁੰਦੇ ਨੇ, ਮੱਥਾ ਟੇਕਦੇ ਨੇ, ਲੰਮੇ ਪੈ ਜਾਂਦੇ। ਕਈ ਵਾਰੀ ਝੋਨਾ ਵੀ ਲੱਗਾ ਹੁੰਦਾ, ਪਾਣੀ ਖੜਾ ਹੁੰਦਾ, ਫਿਰ ਵੀ ਜਾ ਕੇ ਆਉਂਦੇ ਨੇ। ਇੱਕ ਵਾਰੀ ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਵੀ ਤੁਸੀਂ ਉੱਥੇ ਕਿਉਂ ਗਏ? ਉਹ ਕਹਿੰਦੇ ਵੀ ਜਿਹੜਾ ਸਾਡਾ ਨਕਸ਼ਾ ਨਾ, ਉਹਦੇ ਆਧਾਰ 'ਤੇ ਜਿਹੜਾ ਮੇਰਾ ਪੜਦਾਦਾ ਸੀ ਉਹ ਇੱਥੇ ਸ਼ਹੀਦ ਹੋਇਆ ਸੀ ਇਸ ਜਗ੍ਹਾ 'ਤੇ। ਉਹਨਾਂ ਨੇ ਦੇਖੋ ਤੁਸੀਂ ਕਿੰਨਾ ਸਿਸਟਮ ਸੀ ਉਹਨਾਂ ਦੇ ਕੋਲੇ। ਉਹਨਾਂ ਨੇ ਮੁੱਦਕੀ ਦੀ ਲੜਾਈ ਹੋਈ, ਲੜਾਈ ਤੋਂ ਬਾਅਦ ਜਿਹੜੇ ਉੱਥੇ ਡੈੱਡ ਬੋਡੀਆਂ ਪਈਆਂ ਰਹੀਆਂ, ਯੋਧਿਆਂ ਦੇ ਸਰੀਰ ਪਏ ਰਹੇ, ਲਾਸ਼ਾਂ ਪਈਆਂ ਸੀ, ਉਹਨਾਂ ਨੇ 18 ਨੂੰ ਲੜਾਈ ਹੋਈ ਆ, 19 ਤਰੀਕ ਨੂੰ ਉਹਨਾਂ ਨੇ ਪੱਤਰੇ ਲਿਖ ਕੇ ਦਰਖਤਾਂ ਦੇ ਨੇੜੇ ਉਹਨਾਂ ਨੂੰ ਦਫਨਾ ਕੇ ਉੱਥੇ ਕਿੱਲਾ ਨਾਲ ਪੱਤਰੇ ਲਾ ਦਿੱਤੇ ਵੀ ਇਹਨੂੰ ਇੱਥੇ ਦਫਨਾਇਆ ਗਿਆ, ਇਹਨੂੰ ਇੱਥੇ ਦਫਨਾਇਆ ਗਿਆ, ਵੀ ਬਾਅਦ 'ਚ ਅਸੀਂ ਆਵਾਂਗੇ ਫਿਰ। ਠੀਕ ਆ ਜੀ। ਸਾਡੇ ਉਹਨਾਂ ਨੇ ਕੁਝ ਨਹੀਂ ਕੀਤਾ ਸੈਨਾਪਤੀਆਂ ਨੇ। ਹਾਲਾਂਕਿ ਪ੍ਰਬੰਧ ਇਹਨਾਂ ਕੋਲ ਵੀ ਹੋਊਗਾ, ਪਰ ਹੁਣ ਨਾਮੁਮਕਿਨ ਹੀ ਹੈ, ਪ੍ਰਬੰਧ ਹੈ ਨਹੀਂ ਸੀ। ਪਰ ਇੱਥੇ ਦੇਖੋ ਨਕਸ਼ਾ ਬਣਾ ਕੇ ਜਦੋਂ ਉਹਨਾਂ ਨੇ ਦਿੱਤਾ ਆਪਦੇ ਉੱਥੇ, ਇੰਗਲੈਂਡ ਦੇ ਜੋ ਨਕਸ਼ਾ ਹੈ, ਸਾਨੂੰ ਸਾਡੇ ਫਿਰੋਜ਼ ਸ਼ਾਹ ਦਾ ਨਾਂ ਇੰਗਲੈਂਡ ਦੇ ਮਿਊਜ਼ੀਅਮ ਤੱਕ ਹੈ, ਕਿਉਂਕਿ ਕਹਿੰਦੇ ਇੱਕ ਤਲਵਾਰ ਪਈ ਹੈ ਜਿਹੜੀ ਬਾਬਾ ਹਨੂੰਮਾਨ ਸਿੰਘ ਕੋਲੇ ਸੀ, ਉਹ ਉੱਥੇ ਪਈ ਹੋਈ ਹੈ ਇੰਗਲੈਂਡ ਦੇ ਵਿੱਚ। ਇੱਥੋਂ ਆ ਕੇ ਨਤਮਸਤਕ ਹੁੰਦੇ ਨੇ ਤੇ ਉਹ ਇੱਕ ਬੈਟਰੀ ਚਾਰਜ ਹੋ ਜਾਂਦੀ ਉਹਨਾਂ ਦੀ, ਉਹ ਹੋ ਕੇ ਜਾਂਦੇ ਨੇ ਵੀ ਸਾਡੇ ਵੱਡੇ ਇੱਥੇ ਸ਼ਹੀਦ ਹੋਏ ਨੇ। ਪਰ ਇਸ ਦੇ ਉਲਟ ਸਾਡੇ ਜਿਹੜੇ ਇਲਾਕੇ ਦੇ, ਸਾਡੇ ਸਟੇਟ ਲੈਵਲ ਦੇ, ਮੈਂ ਤਾਂ ਦੇਖਿਆ ਨਹੀਂ ਆਪਦੀ ਉਮਰ 'ਚ, ਮੇਰੀ 50 ਸਾਲ ਦੀ ਉਮਰ ਹੋ ਗਈ ਹੈ, ਕੋਈ ਲੀਡਰ ਆਇਆ ਹੋਵੇ ਇੱਥੇ, ਜਿਹੜੇ ਅਧਿਕਾਰੀ, ਕੋਈ DC ਜਾਂ ਕੋਈ ਹੋਰ, ਉਹ ਵੀ ਆਉਂਦੇ ਨੇ, ਉਹ ਜਿਨ੍ਹਾਂ ਨੂੰ ਕੋਈ ਚਾਹਨਾ ਦਿਲ 'ਚ ਕੋਈ ਇਤਿਹਾਸਕਾਰ ਨੇ ਜਾਂ ਇਤਿਹਾਸ ਨਾਲ ਰਿਲੇਟਡ ਨੇ, ਉਹ ਆਉਂਦੇ ਨੇ ਦੇਖਣ। ਹੋਰ ਕੋਈ ਨਹੀਂ, ਕੋਈ ਹੋਰ ਅਫਸਰ ਵੀ ਨਹੀਂ ਆਉਂਦਾ ਇੱਥੇ ਆ ਕੇ। ਉਹਨਾਂ ਨੇ ਦੇਖਿਆ ਨਹੀਂ ਕਦੇ ਵੀ ਕੀ ਹੈਗਾ ਜਾਂ ਨਹੀਂ। ਲੀਡਰਾਂ ਨੂੰ ਤਾਂ ਬੜੀ ਗੱਲ ਪਤਾ ਨਹੀਂ ਹੁੰਦਾ ਕਈ ਵਾਰੀ। ਠੀਕ ਹੈ, ਬੜੀ ਗੱਲ ਹੈ। ਜੇ ਸਿੱਖਣ ਨਾਲ ਇਤਿਹਾਸ ਪੱਖੋਂ ਗੱਲ ਕਰਨੀ ਆ ਤਾਂ ਕਾਫੀ ਕੁਝ ਨੁਕਸਾਨਿਆ ਗਿਆ, ਪੰਜਾਬ ਦੀਆਂ ਬਿਲਡਿੰਗਾਂ ਨਹੀਂ ਸਾਂਭੀਆਂ ਗਈਆਂ। ਤਾਂ ਜੈਤੋ ਦਾ ਕਿਲ੍ਹਾ ਵੀ ਅਸੀਂ ਇੱਕ ਕਰਨ ਗਏ ਸੀ, ਉੱਥੇ ਦਿਖਾਇਆ ਸੀ, ਲੋਕਾਂ ਨਾਲ ਗੱਲਬਾਤ ਕੀਤੀ, ਉਹ ਵੀ ਨਹੀਂ ਸੰਭਾਲਿਆ ਗਿਆ। ਪੈਸਾ ਤਾਂ ਉੱਥੇ ਵੀ ਆ ਗਿਆ ਸੀ, ਪੈਸਾ ਇੱਥੇ ਵੀ ਆਉਂਦਾ ਹੋਊਗਾ, ਪਰ ਸੰਭਾਲ ਨਹੀਂ ਕੀਤੀ ਗਈ। ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜਿਆਂ ਤੱਕ ਵੀ ਜਾਣਕਾਰੀ ਪਹੁੰਚ ਸਕੇ।